ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਗਲੇ ਅਧਿਆਏ ਵੱਲ ਨੂੰ ਚਲੀਏ ਜੋ ਨਿਰੰਕਾਰ ਸੱਚੇ ਪਾਤਸ਼ਾਹ ਨੇ ਆਪਣੇ ਉੱਤੇ ਕਿਰਪਾ ਕੀਤੀ ਹੈ। ਸ਼ਾਮਾਂ ਦੇ ਨਿਤਨੇਮ ਅਨੁਸਾਰ ਇਹ ਬਾਣੀ ਆਪਾਂ ਰਾਤਰੀ ਸੌਣ ਤੋਂ ਪਹਿਲਾਂ ਮਾਲਕ ਨੇ ਕਿਰਪਾ ਕਰਕੇ ਸਾਨੂੰ ਇਹ ਅਰਦਾਸ ਬੇਨਤੀ ਕਰਨ ਦਾ ਸਤਿਗੁਰਾਂ ਨੇ ਅੰਦਾਜ਼ ਸਿਖਾਇਆ ਹੈ। ਕਰੋ ਕਿਰਪਾ ਜੀ। सोहेला राग गौड़ी दीप की महला पहला, एक ओंकार सतगुर प्रसाद। जय कर कीरत आखिए करते का होए विचारो, तित कर गावहों सोहेला सिवरे हो सिरजनहारो। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਨੇ ਸੋਹਿਲਾ ਰਾਗ ਗੌੜੀ ਦੀਪਕ ਕੀ। ਦੀਪਕ ਦਾ ਮਤਲਬ ਇਹ ਹੈ ਜਿਹੜੇ ਚੰਦ ਤਾਰੇ ਤੇ ਇਹਨਾਂ ਦਾ ਵੀ ਸ਼ਾਮਾਂ ਹੋਣ ਦੇ ਉੱਤੇ ਜਿਹੜੇ ਇਸ ਰੌਸ਼ਨੀ ਦੇਣ ਵਾਲੇ ਨੇ, ਉਸ ਵੇਲੇ ਉਹ ਅਕਾਲ ਪੁਰਖ ਦੀ ਬੰਦਗੀ ਦੇ ਵਿੱਚ ਜਿਹੜਾ ਜੀਵ ਜੁੜਦਾ, ਉੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੀ ਸਿਫਤ ਕਰਦੇ ਨੇ। ਇੱਕ ਮਹਾਰਾਜ ਕਹਿੰਦੇ ਨੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਛੋਟਾ ਮੰਗਲ ਸਤਿਗੁਰਾਂ ਨੇ ਇੱਥੇ ਲਾਇਆ। ਇੱਕ ਅਕਾਲ ਪੁਰਖ ਦੀ ਕਿਰਪਾ, ਨਿਰੰਕਾਰ ਦੀ ਅਸੀਂ ਕਿਰਤ ਹਾਂ, ਇਸ ਸੰਸਾਰ ਦੀ ਉਹਦੀ ਕਿਰਤ ਕਰਕੇ ਹੀ ਆਏ ਹਾਂ। ਉਸ ਤੱਕ ਮਿਲਣ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਹੋਣਾ ਲਾਜ਼ਮੀ ਹੈ। ਉਹਦੀ ਕਿਰਪਾ ਤੋਂ ਬਗੈਰ ਅਕਾਲ ਪੁਰਖ ਨੂੰ ਮਿਲਿਆ ਨਹੀਂ ਜਾ ਸਕਦਾ। ਸਤਿਗੁਰ ਕਹਿੰਦੇ ਨੇ ਜੈ ਕਰ ਕੀਰਤ ਆਖੇ ਕਰਤੇ ਕਾ ਹੋਵੇ ਵਿਚਾਰੋ। ਇਹ ਪੁਰਖੋ, ਇਸ ਸੰਸਾਰ ਦੇ ਜੀਵੋ, ਜਿੱਦੂ ਘਰ ਦੇ ਵਿੱਚ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਹੋ ਰਹੀ, ਕਾਹਦੇ ਵਾਸਤੇ? ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰਨ ਲਈ। ਉਹਦੇ ਬਾਰੇ ਹੁਣ ਆਪਾਂ ਵਿਚਾਰ ਕਰੀਏ। ਤਿਤ ਕਰ ਗਾਵਹੁ ਸੋਹਿਲਾ ਸਿਵਰੇ ਹੋ ਸਿਰਜਣਹਾਰੋ। ਨਿਰੰਕਾਰ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਆਪਾਂ ਉਹਦੀ ਬਾਣੀ ਦੁਆਰਾ ਸਤ ਸੰਗ ਸਰੂਪ ਦੇ ਵਿੱਚ ਬੈਠ ਕੇ ਕਰੀਏ, ਉਹਦਾ ਜਸ ਗਾਈਏ ਤੇ ਇਸ ਮਨ ਨੂੰ ਜਿਹੜਾ ਭਟਕਦਾ ਫਿਰਦਾ ਹੈ, ਇਹਨੂੰ ਉਹਦੇ ਸਿਮਰਨ ਦੇ ਨਾਲ ਜੋੜੀਏ। ਇਸ ਨੂੰ ਉਹਦੇ ਸਿਮਰਨ ਦੇ ਵਿੱਚ ਪਰਪੱਕਤਾ ਇਹਦੇ ਅੰਦਰ ਲੈ ਕੇ ਆਈਏ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਭਾਈ ਇਹ ਜਿਹੜਾ ਸੋਲਾ ਹੈ, ਇਹ ਜਿਹੜੇ ਪ੍ਰੇਮ ਦੇ ਗੀਤ ਨੇ, ਉਹ ਅਕਾਲ ਪੁਰਖ ਨਿਰੰਕਾਰ ਦੇ ਗਾਉਣੇ ਲਾਜ਼ਮੀ ਹਨ। ਜੂਰ ਇਸ ਨੂੰ ਗਾਇਆ ਕਰੋ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਨਿਰੰਕਾਰ ਸੱਚੇ ਪਾਤਸ਼ਾਹ ਦਾ ਇਹ ਸੋਲਾ ਪ੍ਰੇਮ ਦੇ ਗੀਤ ਗਾ ਗਾ ਕੇ ਉਹਦੇ ਉੱਤੋਂ ਦੇ ਕਰਵਾਨ ਜਾਓ, ਬਲਿਹਾਰ ਜਾਓ, ਬਲਿਹਾਰ ਜਾਓ, ਜਿਹੜਾ ਕਿ ਇਹ ਗੀਤ ਗਾਉਣ ਦੇ ਨਾਲ ਤੁਹਾਨੂੰ ਸਦਾ ਹੀ ਸੁਖ ਆਨੰਦ ਖੇੜਾ ਪ੍ਰਾਪਤ ਹੁੰਦਾ ਹੈ। ਰਹਾਉ ਨਿਤ ਨਿਤ ਜਿਹੜੇ ਸਮਾਲੀਅਨ ਦੇਖੇਗਾ ਦੇਵਨਹਾਰ। ਉਹ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਜਿਸ ਨੇ ਸਾਰੇ ਜੀਵਾਂ ਨੂੰ ਬਣਾਇਆ ਹੈ, ਚਾਰ ਖੰਡਾਂ ਰਾਹੀਂ ਸੰਸਾਰ ਦੇ ਉੱਤੇ ਜੀਵ ਆਏ ਨੇ, ਔਰ ਉਹ ਜੀਵਾਂ ਦੀ ਸੰਭਾਲ ਵੀ ਆਪ ਕਰ ਰਿਹਾ ਹੈ, ਉਹਨਾਂ ਦਾ ਦਾਤਾ ਵੀ ਆਪ ਹੀ ਹੈ। ਇੱਕ ਦਿਨ ਜ਼ਰੂਰ ਆਏਗਾ, ਆਪਾਂ ਰੋਜ਼ ਸੋਲਾ ਗਾਉਂਦੇ ਰਹੀਏ, ਪ੍ਰੇਮ ਦੇ ਗੀਤ ਗਾਉਂਦੇ ਰਹੀਏ, ਉਹ ਜ਼ਰੂਰ ਜਿਹਦੀ ਨਜ਼ਰ ਹਰ ਇੱਕ ਦੇ ਉੱਤੇ ਹੈ, ਇੱਕ ਦਿਨ ਸਾਨੂੰ ਵੀ ਉਹ ਆਪਣੀ ਪ੍ਰੇਮ ਦੀ ਨਜ਼ਰ ਦੇ ਨਾਲ ਜ਼ਰੂਰ ਦੇਖੇਗਾ। ਕੌਣ? ਦੇਵਨਹਾਰ, ਉਹ ਦਾਤਾ। ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਉਹ ਨਿਰੰਕਾਰ ਜਿਹੜੇ ਸਾਨੂੰ ਦਾਨ ਦੇ ਰਹੇ ਨੇ, ਇਹ ਜੀਵ ਅਰਦਾਸ ਕਰ ਰਿਹਾ, ਜਿਹੜੇ ਉਹ ਦਾਨ ਦੇ ਰਹੇ ਨੇ, ਉਹਨਾਂ ਦੀ ਕੀਮਤ ਕੋਈ ਵੀ ਨਹੀਂ ਪਾ ਸਕਦਾ। ਉਹਦੇ ਖਜ਼ਾਨਿਆਂ ਦਾ ਕਿਸੇ ਨੂੰ ਕੋਈ ਗਿਆਨ ਨਹੀਂ ਹੈ ਵੀ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਖਜ਼ਾਨੇ ਕਿੰਨੇ ਹਨ। ਤਿਸ ਦਾਤੇ ਕਵਣ ਸੁਮਾਰ, ਕਹਿੰਦੇ ਉਸ ਦੀ ਕੀਮਤ ਪਾਈ ਨਹੀਂ ਜਾ ਸਕਦੀ, ਉਸ ਦਾਤੇ ਦੇ ਗੁਣਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ। ਜਿਸ ਤਰ੍ਹਾਂ ਕਿਸੇ ਬੱਚੀ ਦਾ ਵਿਆਹ ਹੋਣਾ ਹੁੰਦਾ, ਜਦੋਂ ਬੱਚੀ ਵਿਆਹਣ ਦੇ ਯੋਗ ਹੋ ਜਾਂਦੀ ਹੈ, ਉਸ ਵੇਲੇ ਕੀ ਕੀਤਾ ਜਾਂਦਾ ਹੁੰਦਾ ਸੀ ਪੁਰਾਤਨ ਸਮੇਂ ਦੇ ਵਿੱਚ? ਜਿਹੜੇ ਪਿੰਡ ਦੇ ਵਿੱਚੋਂ ਜਾਂ ਪਰਿਵਾਰ ਦੇ ਵਿੱਚੋਂ ਕੁਝ ਮੋਹਤਵਾਰ ਬੰਦੇ ਜਾ ਕੇ ਉਹ ਜਿਨ੍ਹਾਂ ਨੂੰ ਤਾਰਿਆਂ ਦਾ, ਚੰਦ ਦਾ, ਸੂਰਜ ਦਾ ਗਿਣਤੀ ਮਿਣਤੀ ਦਾ ਗਿਆਨ ਸੀ ਨਾ, ਜਾਂ ਪੰਡਤ ਜਿਨ੍ਹਾਂ ਨੂੰ ਕਹਿੰਦੇ ਸਾਂ ਆਪਾਂ, ਗਿਆਨੀ ਹੁੰਦੇ ਸਨ, ਉਹਨਾਂ ਗਿਆਨਵਾਨ ਹੁੰਦੇ ਸਨ ਪੰਡਤ, ਉਹਨਾਂ ਦੇ ਕੋਲ ਜਾ ਕੇ ਉਹ ਬੱਚੀ ਦੇ ਵਿਆਹ ਦਾ
ਮਹੂਰਤ ਕਢਾਉਂਦੇ ਸਨ, ਅੱਜ ਵੀ ਕਢਾਉਂਦੇ ਨੇ। ਮਹੂਰਤ ਹੁੰਦਾ 2 ਘੜੀਆਂ ਦਾ, ਇੱਕ ਘੜੀ ਦਾ ਸਮਾਂ ਹੈ 25 ਮਿੰਟ ਦਾ, ਸੋ ਇਹ 50 ਮਿੰਟ ਦਾ ਸਮਾਂ ਹੁੰਦਾ। ਜਦੋਂ ਉਹ ਮਹੂਰਤ ਕਢਾ ਕੇ ਵਾਪਸ ਆਉਂਦੇ ਨੇ ਨਾ, ਤਾਂ ਫਿਰ ਕੀ ਕਰਦੇ, ਜਿਹੜੇ ਬਾਕੀ ਪਰਿਵਾਰ ਦੇ ਜੀ ਹੁੰਦੇ ਉਹਨਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਹਨ। ਤੇ ਆਉਂਦੇ ਉਹ ਆਉਂਦਿਆਂ ਆਉਂਦਿਆਂ ਉਹਨਾਂ ਨੂੰ ਹਨੇਰਾ ਹੋ ਜਾਂਦਾ। ਹਨੇਰਾ ਹੋਣ ਦੇ ਕਾਰਨ ਫਿਰ ਉਹ ਇੱਕ ਦੀਵਾ, ਜਿਹੜਾ ਉਹਨਾਂ ਦਾ ਦਰਵਾਜ਼ਾ ਹੈ ਘਰ ਦਾ, ਉਹ ਦਰਵਾਜ਼ੇ ਦੇ ਵਿਚਾਲੇ ਐਨ ਫਿਰ ਦੀਵਾ ਜਗਾਉਂਦੇ ਨੇ ਕਿ ਉਹ ਰਾਸਤਾ ਨਾ ਭੁੱਲ ਜਾਵਣ। ਤੇ ਉਸ ਕਰ ਜਦੋਂ ਦੀਵਾ ਜਗਾਉਂਦੇ ਨੇ, ਜਿਹਦਾ ਚਾਨਣ ਬਾਹਰ ਵੀ ਹੁੰਦਾ ਸੀ ਤੇ ਚਾਨਣ ਅੰਦਰ ਵੀ ਹੁੰਦਾ ਸੀ। ਇਹ ਜਿਹੜੇ ਮਹੂਰਤ ਕਢਾ ਕੇ ਸਾਕ ਸੰਬੰਧੀ ਆਉਂਦੇ ਨੇ ਜਾਂ ਮੋਹਤਵਾਰ ਬੰਦੇ ਆਉਂਦੇ ਨੇ, ਘਰ ਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਉਸ ਵੇਲੇ ਉੱਥੇ ਤੇਲ ਚੋਇਆ ਜਾਂਦਾ ਹੁੰਦਾ ਸੀ ਇਹਨਾਂ ਨੂੰ ਜੀ ਆਇਆਂ ਆਖਣ ਵਾਸਤੇ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਫਿਰ ਇੱਕ ਦੂਜੇ ਨੂੰ ਇਹ ਅਸੀਸਾਂ ਦਿੰਦੇ ਨੇ, ਇੱਕ ਦੂਜੇ ਨੂੰ ਇਹ ਵਧਾਈਆਂ ਦਿੰਦੇ ਨੇ। ਤਾਂ ਜਿਸ ਬੱਚੀ ਦਾ ਦਿਨੋਂ ਮੁਕਰਰ ਕਰਕੇ ਆਏ ਨੇ, ਉਸ ਨੂੰ ਵੀ ਉਹ ਆਸ਼ੀਰਵਾਦ ਦਿੰਦੇ ਨੇ, ਉਸ ਦੇ ਸਿਰ ਤੇ ਵੀ ਹੱਥ ਰੱਖਦੇ ਨੇ, ਕਹਿੰਦੇ ਨੇ ਲੈ ਬੇਟਾ, ਤੇਰਾ ਉਹ ਦਿਨ ਅਸੀਂ ਮੁਕਰਰ ਕਰਕੇ ਆ ਗਏ ਹਾਂ, ਮਹੂਰਤ ਕਢਾ ਕੇ ਆ ਗਏ ਹਾਂ, ਹੁਣ ਤੂੰ ਚੰਗੇ ਤੌਰ ਤਰੀਕੇ ਸਿੱਖ ਲਾ, ਜਿਹਦੇ ਨਾਲ ਤੇਰਾ ਪਤੀ ਦੇ ਨਾਲ ਮਿਲਾਪ ਹੋ ਜਾਵੇ, ਸੰਗ ਹੋ ਜਾਵੇ, ਤੇ ਤੂੰ ਪਤੀ ਦੇ ਹੁਕਮ ਦੇ ਵਿੱਚ ਚੱਲਦੀ ਹੋਈ ਉਸ ਦੀਆਂ ਸਾਰੀਆਂ ਖੁਸ਼ੀਆਂ ਝੋਲੀ ਦੇ ਵਿੱਚ ਪਵਾ ਲਵੇਂ। ਕਰ ਕਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਜਦੋਂ ਇਹ ਵਿਆਹ ਦਾ ਦਿਨ ਮੁਕਰਰ ਕੀਤਾ ਜਾਂਦਾ ਹੁੰਦਾ ਸੀ, ਫਿਰ ਕੀ ਹੋਣਾ, ਉਹਨਾਂ ਸਾਰੇ ਘਰਾਂ ਦੇ ਵਿੱਚ, ਸਾਰੇ ਨਗਰ ਦੇ ਵਿੱਚ, ਸਾਕ ਸੰਬੰਧੀਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਘਰ ਘਰ ਇਹ ਸੁਨੇਹਾ ਦਿੱਤਾ ਜਾਂਦਾ ਹੁੰਦਾ ਸੀ, ਫਲਾਣੇ ਦਿਨ ਸਾਡੀ ਬੱਚੀ ਦਾ ਵਿਆਹ ਹੈ। ਸੋ ਇਸ ਕਰਕੇ ਤੁਸੀਂ ਸਾਰਿਆਂ ਨੇ ਉੱਥੇ ਸਾਕ ਸੰਬੰਧੀਆਂ ਨੇ ਜ਼ਰੂਰ ਟੁਕਣਾ। ਤੇ ਇਹ ਇੱਕ ਰੋਹ ਰੀਤ ਹੁੰਦੀ ਸੀ ਪੁਰਾਣੇ ਸਮੇਂ ਦੇ ਵਿੱਚ। ਚਲੋ ਇਹ ਤਾਂ ਹੁਣ ਤਾਂ ਘਟਦੀਆਂ ਜਾਂਦੀਆਂ ਨੇ, ਹੁਣ ਤਾਂ ਇਹ ਰੋਹ ਰੀਤਾਂ ਤੋਂ ਅਸੀਂ ਬਹੁਤ ਦੂਰ ਜਾ ਚੁੱਕੇ ਹਾਂ। ਫਿਰ ਜਿਹੜਾ ਨਗਰ ਹੁੰਦਾ ਸੀ ਨਾ, ਜਦੋਂ ਉਹਨਾਂ ਨੂੰ ਇਹ ਸੁਨੇਹਾ ਮਿਲ ਜਾਂਦਾ ਹੁੰਦਾ ਸੀ, ਫਿਰ ਇਹ ਕਾਫੀ ਲੰਬਾ ਸਮਾਂ ਪਹਿਲਾਂ ਹੀ ਘਰ ਦੇ ਵਿੱਚ ਆਇਆ ਕਰਦੇ ਸਨ। ਕੋਈ ਨਾ ਕੋਈ ਵਸਤੂ ਬਣਾ ਕੇ ਲੈ ਕੇ ਆਉਣੀ, ਵੀ ਜਿਹੜੇ ਉੱਥੇ ਸੰਗਾ ਰੱਤੇ ਪ੍ਰਾਹੁਣੇ ਆਉਣੇ ਨੇ, ਜਾਂ ਉਦੋਂ ਘਰ ਦੇ ਵਿੱਚ ਜਿੱਥੇ ਇਹ ਬੱਚੀ ਦਾ ਵਿਆਹ ਹੈ, ਵੀ ਉਹਦੀ ਅਸੀਂ ਵੀ ਸੇਵਾ ਕਰ ਸਕੀਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਹਿੰਦੇ ਨੇ ਇੱਥੇ ਆਪਾਂ ਨੂੰ, ਵੀ ਇਹ ਘਰ ਘਰ ਦੇ ਵਿੱਚ ਇਹ ਸੱਦਾ ਪਹੁੰਚਾ ਦਿੰਦੇ ਨੇ ਵੀ ਫਲਾਣੇ ਦਿਨ ਨੂੰ ਫਲਾਣੇ ਆਦਮੀ ਦੀ ਬੱਚੀ ਦਾ ਵਿਵਾਹ ਹੈ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਤੇ ਫਿਰ ਕੀ ਕਰਦੇ, ਇਹ ਸਾਰੇ ਬੇਸਬਰੀ ਦੇ ਨਾਲ ਉਹ ਬੱਚੇ ਦਾ, ਜਿਸ ਬੱਚੇ ਨੇ ਬਰਾਤ ਲੈ ਕੇ ਇਦੂ ਦਰ ਦੇ ਉੱਤੇ ਟੁਕਣਾ ਹੈ, ਉਸ ਨੂੰ ਯਾਦ ਕਰਦੇ ਨੇ, ਉਸ ਦਾ ਇੰਤਜ਼ਾਰ ਕਰਦੇ ਨੇ ਕਿ ਕਿਹੜੀ ਘੜੀ ਇਹ ਵਿਆਹ ਵਾਲਾ ਦਿਨ ਆ ਜਾਵੇ, ਜਿਸ ਵੇਲੇ ਇਹਦਾ ਆਪਣੇ ਪਤੀ ਦੇ ਨਾਲ ਮਿਲਾਪ ਹੋ ਜਾਵੇ। ਇੱਕ ਇਹਦੇ ਅਰਥ ਇਹ ਨੇ। ਦੂਸਰੇ ਅਰਥ ਇਹ ਨੇ, ਜਿਹੜਾ ਸੰਸਾਰ ਦੇ ਉੱਤੇ ਜੀਵ ਆਇਆ ਭਾਈ, ਉਹ ਸਮਾਂ ਲਿਖਾ ਕੇ ਹੀ ਆਇਆ ਹੈ ਇੱਥੇ। ਉਹ ਸਮਾਂ ਰੋਜ਼ ਬੀਤਦਾ ਜਾ ਰਿਹਾ, ਪਰ ਇੱਕ ਦਿਨ ਐਸਾ ਆਉਂਦਾ ਹੈ ਕਿ ਉਹ ਜਦੋਂ ਸਮਾਂ ਬੀਤ ਜਾਂਦਾ ਹੈ ਤਾਂ ਫਿਰ ਕੀ ਹੁੰਦਾ, ਜਿਸ ਵੇਲੇ ਕੋਈ ਬੀਬੀ ਚੜ੍ਹਾਈ ਕਰ ਜਾਂਦੀ, ਹੁਣ ਵੀ ਇਹ ਅਜੇ ਪੰਜਾਬ ਦੇ ਵਿੱਚ ਰੋਹ ਰੀਤ ਹੈ, ਜਦੋਂ ਇਹ ਸੰਸਾਰ ਯਾਤਰਾ ਖਤਮ ਕਰ ਦਿੰਦੀ, ਉਸ ਨੂੰ ਸਾਫ ਸੁਥਰੇ ਕੱਪੜੇ ਇਸ ਤਰ੍ਹਾਂ ਦੇ ਪਾਉਂਦੇ ਨੇ ਵੀ ਇਹ ਸੁਹਾਗਣਾ ਵਰਗੇ ਹੋਣ, ਤਾਂ ਉਹਦੇ ਸਿਰ ਦੇ ਵਿੱਚ ਤੇਲ ਵੀ ਪਾਉਂਦੇ ਨੇ, ਤੇ ਫਿਰ ਸਾਰੇ ਅਸੀਸਾਂ ਦਿੰਦੇ ਨੇ, ਉੱਤੇ ਬੇਨਤੀਆਂ ਕਰਦੇ ਨੇ, ਅਰਦਾਸਾਂ ਕਰਦੇ ਨੇ ਕਿ ਦੇਖੋ ਭਾਈ, ਇਸ ਨੇ ਸੋਹਣਾ ਸਮਾਂ ਸੰਸਾਰ ਦੇ ਉੱਤੇ ਬੀਤਾਇਆ ਆਪਣਾ, ਸੋਹਣੇ ਇਸ ਨੇ ਇੱਥੇ ਢੰਗ ਦੇ ਨਾਲ ਇਸ ਸੰਸਾਰ ਦੀ ਸੇਵਾ ਕੀਤੀ, ਹੁਣ ਕਿਤੇ ਨਿਰੰਕਾਰ ਕਿਰਪਾ ਕਰੇ, ਇਸ ਦੀ ਜਿਹੜੀ ਆਤਮਾ ਹੈ ਉਹਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਵੇ, ਉਹਦਾ ਸਾਹਿਬ ਨਾਲ ਮੇਲ ਹੋ ਜਾਵੇ। ਪਰ ਕਹਿੰਦੇ ਇਹ ਜਿਹੜਾ ਸੱਦਾ ਹੈ, ਜਿਹੜਾ ਇਹ ਸਮਾਂ ਹੈ, ਇਹ ਇੱਕ ਸਿਰਫ ਇਦੂ ਘਰ ਦੇ ਵਿੱਚ ਨਹੀਂ ਆਇਆ, ਉਹ ਆਪਣੇ ਨਾਲ ਸਾਰੇ ਸਲਾਹਾਂ ਕਰਦੇ ਨੇ, ਕਹਿੰਦੇ ਇਹ ਹਰ ਇੱਕ ਦੇ ਘਰ ਦੇ ਵਿੱਚ ਸੱਦਾ ਆਇਆ ਹੋਇਆ ਹੈ, ਹਰ ਇੱਕ ਦੇ ਘਰ ਦੇ ਵਿੱਚ ਇਹ ਚਿੱਠੀ ਆ ਚੁੱਕੀ, ਮੌਤ ਦਾ ਪਰਵਾਨਾ ਆ ਚੁੱਕਿਆ ਹੈ। ਸੋ ਇਸ ਕਰਕੇ ਹਰ ਇੱਕ ਨੂੰ ਸੁਚੇਤ ਹੋ ਕੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ ਦੇ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਲੈਣਾ ਚਾਹੀਦਾ। ਸਫਲ ਕਾਹਤੇ ਕਰਨਾ, ਵੀ ਉਹਦਾ ਸਾਹਿਬ ਦੇ ਨਾਲ ਮਿਲਾਪ ਹੋ ਜਾਵੇ,
ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਲ ਉਹਦਾ ਮੇਲ ਹੋ ਜਾਵੇ, ਜਮਾ ਦੀ ਮਾਰ ਨਾ ਉਹਨੂੰ ਸਹਿਣੀ ਪਵੇ। ਸੱਦਣ ਹਾਰਾ ਸਿਮਰਿਆ ਨਾਨਕ ਸੇ ਦਿਨ ਆਵਨ। ਉਹ ਕਹਿੰਦੇ ਵੀ ਉਹ ਦਿਨ ਆ ਹੀ ਰਿਹਾ ਹੈ ਜਿਸ ਦਿਨ ਅਸੀਂ ਇਹ ਸੰਸਾਰ ਤੋਂ ਕੂਚ ਕਰਕੇ ਨਿਰੰਕਾਰ ਦੇ ਦਰ ਦੇ ਉੱਤੇ ਜਾਣਾ ਹੀ ਜਾਣਾ ਹੈ। ਉਹ ਦਿਨ ਹਰ ਇੱਕ ਦਾ ਮੁਕਰਰ ਕੀਤਾ ਹੋਇਆ ਹੈ। ਰਾਗ ਆਸਾ ਮਹਿਲਾ ਪਹਿਲਾ। ਸ਼ੈ ਕਰ ਸ਼ੈ ਗੁਰ ਸ਼ੈ ਉਪਦੇਸ, ਗੁਰ ਗੁਰ ਏਕੋ ਵੇਸ ਅਨੇਕ। ਨਿਰੰਕਾਰ ਸੱਚੇ ਪਾਤਸ਼ਾਹ ਜੀ ਫਿਰ ਕਿਰਪਾ ਕਰਦੇ ਨੇ, ਕਹਿੰਦੇ ਨੇ ਸ਼ੈ ਘਰ 6 ਸ਼ਾਸਤਰ ਨੇ। ਉਹਨਾਂ ਦਾ ਮੇਰੇ ਕੋਲ ਮੈਂ ਲਿਖਿਆ ਹੈ, ਇੱਥੇ ਮੇਰੇ ਕੋਲ ਉਹਨਾਂ ਨੂੰ ਮੈਂ ਲਿਖ ਕੇ ਰੱਖਿਆ, ਪਰ ਉਹ 6 ਸ਼ਾਸਤਰ ਕਿਹੜੇ ਨੇ ਤੇ 6 ਗੁਰ 6 ਹੀ ਇਹਨਾਂ ਦੇ ਲਿਖਾਰੀ ਨੇ ਤੇ 6 ਉਪਦੇਸ਼। ਇਹਨਾਂ ਦੇ ਉਪਦੇਸ਼ ਵੀ ਜੋ ਗਿਆਨ ਹੈ ਉਹ ਵੀ ਵੱਖਰਾ ਵੱਖਰਾ ਹੈ। ਇਹ 6 ਸ਼ਾਸਤਰ ਨੇ। ਪਹਿਲਾ ਸ਼ਾਸਤਰ ਹੈ ਸਾਂਖ ਸ਼ਾਸਤਰ, ਇਹ ਕਲਪ ਰਿਖੀ ਦਾ ਲਿਖਿਆ ਹੋਇਆ ਹੈ ਭਾਈ। ਦੂਸਰਾ ਨਿਆਏ ਸ਼ਾਸਤਰ, ਇਹ ਗੌਤਮ ਰਿਖੀ ਦਾ ਲਿਖਿਆ ਹੋਇਆ ਹੈ। ਤੀਜਾ ਵਿਸ਼ੇਸ਼ਕ ਸ਼ਾਸਤਰ, ਇਹ ਕਾਨਪੂਕ ਰਿਸ਼ੀ ਦਾ ਲਿਖਿਆ ਹੋਇਆ ਹੈ। ਚੌਥਾ ਮਿਸਾਸਿਕ ਸ਼ਾਸਤਰ, ਇਹ ਜੈਮਨੀ ਰਿਖੀ ਦਾ ਹੈ। ਪੰਜਵਾਂ ਯੋਗ ਸ਼ਾਸਤਰ, ਇਹ ਪਤੰਜਲ ਰਿਖੀ ਦਾ ਲਿਖਿਆ ਹੈ। ਛੇਵਾਂ ਵੇਦਾਂਤ ਸ਼ਾਸਤਰ ਵਿਆਸ ਜੀ ਦਾ ਲਿਖਿਆ ਹੋਇਆ ਹੈ। ਇਸੇ ਕਾਰਨ ਕਰਕੇ ਇਹਨਾਂ ਦੇ ਉਪਦੇਸ਼ ਵੀ ਵੱਖਰੇ ਵੱਖਰੇ ਨੇ। ਜਿਹੜਾ ਸਾਂਖ ਸ਼ਾਸਤਰ ਹੈ ਇਹ ਰਜੋ ਗੁਣ ਤਮੋ ਗੁਣ ਸਤੋ ਗੁਣ ਨੂੰ ਮੰਨਦਾ ਹੈ। ਜਿਹੜਾ ਨਿਆਏ ਸ਼ਾਸਤਰ ਹੈ ਇਹ ਜੁਗਤੀਆਂ ਨੂੰ ਪ੍ਰਧਾਨ ਮੰਨਦਾ ਹੈ। ਜਿਹੜਾ ਦਰਬ ਗੁਣ ਕਰਮ ਸਮਾਏ ਵਿਸ਼ੇਸ਼, ਇਸ ਤਰ੍ਹਾਂ ਦੇ ਜਿਹੜੇ 7 ਪਦਾਰਥ ਨੇ 7 ਗੁਣ ਨੇ ਇਹਨਾਂ ਨੂੰ ਇਹ ਮੰਨਦਾ ਹੈ। ਤੇ ਨਾਲ ਇਹਦਾ ਇਸ ਤਰ੍ਹਾਂ ਵੀ ਵੇਰਵਾ ਦਿੰਦੇ ਨੇ, ਸਰੋਤ ਕੰਨ ਚਮੜੀ ਨੇਤਰ ਰਸਨਾ ਨੱਕ ਮਨ, ਇਹ ਵੀ 6 ਇੰਦਰੇ ਨੇ। ਕਹਿੰਦੇ ਨੇ ਵੀ ਇਹਨਾਂ ਨੂੰ ਇਹ ਮੰਨਦਾ ਹੈ। ਤੇ ਉਸ ਤੋਂ ਬਾਅਦ ਆਉਂਦਾ ਵਿਸ਼ੇਸ਼ਕ ਸ਼ਾਸਤਰ, ਇਹ ਜੁਗਤੀ ਨੂੰ ਪ੍ਰਧਾਨ ਮੰਨਦਾ ਹੈ। ਜੁਗਤੀਆਂ ਜਿਹੜੇ ਜੋਗੀ ਮਤ ਵਾਲੇ ਜਿਹੜੀਆਂ ਜੁਗਤੀਆਂ ਕਰਦੇ ਨੇ, ਵੱਖਰੇ ਵੱਖਰੇ ਆਸਣ ਲਾਉਣੇ, ਉਹਨਾਂ ਦੇ ਰਾਹੀਂ ਕਹਿੰਦਾ ਵੀ ਸ਼ਾਇਦ ਪਰਮਾਤਮਾ ਤੱਕ ਸਾਡਾ ਮਿਲਾਪ ਹੋ ਜਾਵੇ। ਤੇ ਚੌਥਾ ਮਿਸਾਸਿਕ ਸ਼ਾਸਤਰ, ਜਿਹੜਾ ਇਹ ਕਰਮਾਂ ਨੂੰ ਪ੍ਰਧਾਨ ਮੰਨਦਾ ਹੈ। ਸ਼ੁਭ ਕਰਮ ਕਰਾਂਗੇ ਤਾਂ ਹੀ ਪਰਮਾਤਮਾ ਤੱਕ ਆਪਾਂ ਪਹੁੰਚ ਸਕਾਂਗੇ। ਤੇ ਜਿਹੜਾ ਯੋਗ ਸ਼ਾਸਤਰ ਹੈ ਇਹ ਵੀ ਇਸੇ ਤਰ੍ਹਾਂ ਹੀ ਇਹ ਈਸ਼ਵਰਵਾਦੀ ਨੂੰ, ਇਹ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਸਮਾਧੀਆਂ ਲਾਉਣੀਆਂ, ਤੇਲ ਧਾਰਾ ਕਰਨਾ, ਤਪ ਕਰਨਾ, ਠੰਡ ਦੇ ਵਿੱਚ ਖੜ ਕੇ ਤੇ ਜਾਂ ਅਗਨੀਆਂ ਜਲਾ ਕੇ, ਇਸ ਤਰ੍ਹਾਂ ਦੇ ਸਾਰੇ ਜਿਹੜੇ ਕਰਮ ਕਰਨੇ ਨੇ, ਕਹਿੰਦੇ ਵੀ ਉਹਦੇ ਨਾਲ ਯੋਗ ਸ਼ਾਸਤਰ ਜਿਹੜਾ ਸਾਨੂੰ ਵੀ ਯੋਗੀ ਜੋ ਕਰਦੇ ਨੇ ਉਦੋਂ ਮਾਤੇ ਦੇ ਨਾਲ ਹੋ ਸਕਦਾ ਸਾਨੂੰ ਪਰਮਾਤਮਾ ਮਿਲ ਜਾਵੇ। ਤੇ ਵਿਦਾਂਤ ਜਿਹੜਾ ਹੈ ਇਹ ਕਹਿੰਦਾ ਵੀ ਜਿਸ ਵੇਲੇ ਤੁਸੀਂ ਹਰ ਇੱਕ ਨਾਲ ਬੰਧਨ ਤੋੜ ਲਓ, ਤੁਸੀਂ ਵਿਦੰਤੀ ਬਣ ਜਾਵੋ, ਕਿ ਗਿਆਨਵਾਨ ਹੋ ਜਾਵੋ ਤੁਸੀਂ, ਤਾਂ ਫਿਰ ਇਸ ਨਾਲ ਉਹ ਬ੍ਰਹਮ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਸਾਰੇ 6 ਜਿਹੜੇ ਲਿਖਾਰੀ ਨੇ, 6 ਨੇ ਸ਼ਾਸਤਰ ਲਿਖੇ ਨੇ, 6 ਦੇ ਵੱਖਰੇ ਵੱਖਰੇ ਉਪਦੇਸ਼ ਨੇ। ਗੁਰ ਗੁਰ ਏਕੋ ਵੇਸ ਅਨੇਕ, ਪਰ ਇਹਨਾਂ 6 ਸ਼ਾਸਤਰਾਂ ਦੇ ਗੁਰੂ ਲਿਖਾਰੀ ਵੱਖਰੇ ਜ਼ਰੂਰ ਨੇ, ਪਰ ਇਹ ਜਿਹੜੇ 6 ਲਿਖਾਰੀ ਨੇ ਇਹਨਾਂ ਦਾ ਕਰਤਾ ਇੱਕੋ ਅਕਾਲ ਪੁਰਖ ਹੀ ਹੈ, ਇੱਕੋ ਹੀ ਹੈ, ਪਰ ਉਹਦੇ ਰੂਪ ਹੀ ਵੱਖਰੇ ਵੱਖਰੇ ਹਨ। ਬਾਬਾ ਜੈ ਕਰ ਕੀ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਨਿਰੰਕਾਰ ਕਹਿੰਦੇ ਨੇ ਸੰਸਾਰ ਦੇ ਜੀਵੋ, ਜਿੱਦੂ ਘਰ ਦੇ ਵਿੱਚ ਇਹਨਾਂ 6 ਦੀ ਹੀ ਕੀਰਤੀ ਹੋ ਰਹੀ ਹੈ, 6 ਦੀ ਕਥਾ ਹੋ ਰਹੀ ਹੈ ਇਹ ਸਾਰੇ ਪ੍ਰਮਾਤਮਾ ਦਾ ਗਿਆਨ ਦੇਣ ਵਾਲੇ। ਸੋ ਘਰ ਰਾਖ ਵਡਾਈ ਤੋਏ, ਕਹਿੰਦੇ ਉਸ ਘਰ ਦੇ ਵਿੱਚ ਉਸ ਘਰ ਦੀ ਵਡਿਆਈ ਹੋਵੇਗੀ। ਹੁਣ ਘਰ ਸਰੀਰ ਨੂੰ ਵੀ ਆਖਿਆ, ਜਦੋਂ ਸਰੀਰ ਦੇ ਵਿੱਚ ਨਿਰੰਕਾਰ ਦੀ ਬੰਦਗੀ ਹੁੰਦੀ ਆ, ਜਿਹੜਾ ਜੀਵ ਕਰ ਰਿਹਾ ਉਹਦੀ ਫਿਰ ਵਡਿਆਈ ਹੁੰਦੀ ਨਾ। ਸੋ ਘਰ ਰਾਖ, ਉਸ ਨੂੰ ਸੰਭਾਲ ਕੇ ਸਾਫ ਸੁਥਰਾ ਰੱਖ ਜਿੱਥੇ ਇਹ ਵਡਿਆਈ ਹੋ ਰਹੀ ਹੈ। ਰਹਾਉ ਵਿਸਵੇ ਚਸਿਆ ਕੜੀਆ, ਪਹਿਰਾ ਥਿੱਥੀ ਵਾਰੀ ਮਾਹੋ ਹੋਆ। ਨਿਰੰਕਾਰ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਉੱਤੇ ਵੱਖਰੇ ਵੱਖਰੇ ਜਿਹੜੇ ਸਮੇਂ ਨੇ ਉਹਨਾਂ ਦਾ ਹੁਣ ਗਿਆਨ ਦਿੰਦੇ ਨੇ। ਵੱਖਰੇ ਵੱਖਰੇ ਸਮੇਂ ਤੇ ਵੱਖਰੀਆਂ ਵੱਖਰੀਆਂ ਰੁੱਤਾਂ, ਜਿੱਦਾਂ ਪਤਝੜ ਹੈ, ਉਸ ਤੋਂ ਬਾਅਦ ਬਸੰਤ ਹੈ, ਬਸੰਤ ਤੋਂ ਬਾਅਦ ਫਿਰ ਗਰਮੀ ਦੀ ਰੁੱਤ ਆਉਂਦੀ ਹੈ।
ਸਰਦੀ ਦੀ ਰੁੱਤ ਹੁੰਦੀ ਹੈ, 4 ਰੁੱਤਾਂ ਵੀ ਮੰਨੀਆਂ ਗਈਆਂ ਨੇ। ਸੋ ਇਹ ਸਮਾਂ ਬਦਲਦਾ ਰਹਿੰਦਾ ਹਰ ਵੇਲੇ। ਤਾਂ 15 ਵਾਰ ਅੱਖ ਮੀਟਣ ਤੇ ਖੋਲਣ ਨਾਲ ਇੱਕ ਵਿਸਾ ਬਣਦਾ ਤੇ 15 ਵਿਸਿਆਂ ਦਾ ਇੱਕ ਚਸਾ ਬਣਦਾ। ਹੁਣ ਉਹਨੂੰ 15 ਵਾਰੀ ਆਪਾਂ ਅੱਖ ਮੀਟਦੇ ਤੇ ਜਦੋਂ ਖੋਲਦੇ ਆ, ਇਹ ਤਾਂ ਬਣ ਗਿਆ ਭਾਈ ਵਿਸਾ। ਹੁਣ ਇਹਨੂੰ 15 ਤੇ ਜਰਬ ਦੇ ਲਿਓ ਤੇ ਇਹ ਬਣੇਗਾ ਚਸਾ। 30 ਚਸਿਆਂ ਦਾ ਇੱਕ ਪਲ ਬਣਦਾ ਹੈ। 7.5 ਪਲਾਂ ਦੀ ਇੱਕ ਘੜੀ ਹੁੰਦੀ ਹੈ। 7.5 ਘੜੀਆਂ ਦਾ ਇੱਕ ਪੈਰ ਬਣਦਾ ਤੇ 8 ਪੈਰਾਂ ਦਾ ਦਿਨ ਰਾਤ ਬਣਦਾ ਹੈ। ਤੇ ਇਹਦੇ ਵਿੱਚ 7 ਦਿਨ ਨੇ, 7 ਵਾਰਾਂ ਨੇ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਚਰਵਾਰ, ਐਤਵਾਰ। ਇਹਨਾਂ ਨੂੰ ਵਾਰਾਂ ਦੇ ਰੂਪ ਦੇ ਵਿੱਚ ਆਖਿਆ ਹੈ। ਤੇ 15 2 ਥਿੱਤਾਂ ਹੁੰਦੀਆਂ ਨੇ। ਤੇ ਇਹ ਜਿਹੜੀਆਂ 2 ਥਿੱਤਾਂ ਨੇ, ਜਦੋਂ ਚੰਦਰਮਾ ਘਟਦਾ 15 ਦਿਨ ਉਹ ਹੁੰਦੇ ਨੇ, ਜਦੋਂ ਚੰਦਰਮਾ ਬਿਲਕੁਲ ਮੱਸਿਆ ਦੀ ਰਾਤ ਤੋਂ ਬਾਅਦ ਫਿਰ ਚੜ੍ਹਦਾ 15 ਦਿਨ ਉਹਨੂੰ ਕਿਹਾ ਗਿਆ ਹੈ। ਅਸਲ ਵਿੱਚ ਇਹ 14 ਦਿਨ ਬਣਦੇ ਨੇ, 14 ਦਿਨ, ਕਿਉਂਕਿ ਇੱਕ ਦਿਨ ਆਉਂਦਾ ਹੈ ਮਹੀਨੇ ਦੇ ਵਿੱਚ ਜਦੋਂ ਪੂਰਾ ਚੰਦਰਮਾ ਆਪਣੇ ਜੋਬਨ ਦੇ ਵਿੱਚ ਹੁੰਦਾ ਹੈ। ਤੇ ਇੱਕ ਦਿਨ ਆਉਂਦਾ ਹੈ ਜਿਸ ਵੇਲੇ ਇਹ ਚੰਦਰਮਾ ਬਿਲਕੁਲ ਹੀ ਨਹੀਂ ਚੜਿਆ ਹੁੰਦਾ, ਹਨੇਰਾ ਹੁੰਦਾ। ਉਹਨੂੰ ਅਸੀਂ ਜਿਹੜਾ ਹੈ ਉਹਨੂੰ ਅਸੀਂ ਪੂਰਨਮਾਸ਼ੀ ਆਖਦੇ ਹਾਂ। ਜਿੱਦਣ ਇਹ ਪੂਰੇ ਜੋਬਨ ਦੇ ਵਿੱਚ ਹੁੰਦਾ, ਜਿਸ ਵੇਲੇ ਇਹ ਚਾਨਣ ਬਿਲਕੁਲ ਨਹੀਂ ਹੁੰਦਾ, ਉਹਨੂੰ ਅਮਾਵਸ ਵੀ ਆਖਦੇ ਨੇ ਤੇ ਮੱਸਿਆ ਵੀ ਦੇ ਨਾਲ ਆਪਾਂ ਉਹਨੂੰ ਯਾਦ ਕਰ ਲੈਨੇ। ਇਹ ਜਿਹੜੇ 15 ਇਹ ਥਿੱਤਾਂ ਨੇ। ਤੇ ਜਿਸ ਵੇਲੇ ਫਿਰ ਇਹ ਜਿਹੜੇ 4 ਹਫ਼ਤੇ ਹੁੰਦਾ, ਇਹਦਾ ਇੱਕ ਭਾਈ ਮਹੀਨਾ ਬਣਦਾ। ਬਾਕੀ ਸਾਰਾ ਗਿਆਨ ਤੁਹਾਨੂੰ ਪਤਾ ਹੀ ਆ। 12 ਮਹੀਨਿਆਂ ਦਾ ਇੱਕ ਸਾਲ ਬਣ ਜਾਂਦਾ ਤੇ 12 ਸਾਲਾਂ ਦਾ ਇੱਕ ਕੁੰਭ ਬਣਦਾ ਹੈ, ਜਦੋਂ ਕੁੰਭ ਦਾ ਮੇਲਾ ਲੱਗਦਾ ਹੈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਪਰ ਕਹਿੰਦੇ ਖੇਡ ਉਸ ਅਕਾਲ ਪੁਰਖ ਦੀ ਐਸੀ ਕਿਰਪਾ ਵਾਲੀ ਹੈ, ਕਹਿੰਦੇ ਸਮਾਂ ਜ਼ਰੂਰ ਬਦਲਦਾ ਜਾ ਰਿਹਾ, ਪਰ ਜਿਹੜਾ ਰੋਸ਼ਨੀ ਦੇਣ ਵਾਲਾ ਸੂਰਜ ਹੈ ਉਹ ਇੱਕੋ ਹੀ ਹੈ, ਇੱਕੋ ਹੀ। ਇਹ ਅਕਾਲ ਪੁਰਖ ਦੇ ਵੱਖਰੇ ਵੱਖਰੇ ਵੇਸ ਨੇ। ਅਕਾਲ ਪੁਰਖ ਦੀ ਇਹ ਵੱਖਰੇ ਰੂਪ ਦੇ ਵਿੱਚ ਸਾਨੂੰ ਗਿਆਨ ਦਿੱਤਾ ਹੋਇਆ ਹੈ। ਨਾਨਕ ਕਰਤੇ ਕੇ ਕੇਤੇ ਵੇਸ, ਬੜੇ ਵੇਸਾਂ ਦੇ ਵਿੱਚ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਣੇ ਰੂਪ ਲੈ ਕੇ ਇਹਨੂੰ ਸੰਸਾਰ ਦੇ ਉੱਤੇ ਸਰਬ ਵਿਆਪਕ ਬਣੇ ਹੋਏ ਨੇ। ਹੁਣ ਇੱਥੋਂ ਥੋੜਾ ਜਿਹਾ ਆਪਾਂ ਬਾਹਰ ਨਿਕਲ ਚਲੀਏ, ਇਹ ਦੇਖੀਏ ਇੱਕ ਗਾਹਾਂ ਇੱਕ ਬਚਨ ਆਉਂਦਾ ਮਹਾਰਾਜ ਦਾ ਵੀ ਬਾਲ ਜਵਾਨੀ ਬਿਰਧ ਫਨ ਤੀਨ ਅਵਸਥਾ ਜਾਨ। ਇਸੇ ਤਰ੍ਹਾਂ ਸਰੀਰ ਦੇ ਉੱਤੇ ਸਾਡੇ ਸਮਾਂ ਬਦਲਦਾ ਹੈ। ਜਦੋਂ ਮਾਤ ਗਰਭ ਦੇ ਵਿੱਚੋਂ ਆਪਾਂ ਇਹਦੇ ਸੰਸਾਰ ਦੇ ਉੱਤੇ ਆਉਂਦੇ ਹਾਂ, ਸਾਨੂੰ ਨਾ ਮਾਂ ਦਾ ਪਤਾ ਨਾ ਪਿਓ ਦਾ ਪਤਾ। ਇਹ ਵੀ ਸ਼ਬਦ ਗਾਹਾਂ ਜਾ ਕੇ ਨਿਰੰਕਾਰ ਜੀ ਆਪਾਂ ਨੂੰ ਦੇਣਗੇ। ਪਰ ਫਿਰ ਅਸੀਂ ਥੋੜ੍ਹੇ ਜਿਹਾ ਸੁਚੇਤ ਹੋ ਜਾਂਦੇ, ਸਾਨੂੰ ਮੱਤ ਆ ਜਾਂਦੀ, ਸਾਨੂੰ ਆਪਣਿਆਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਫਿਰ ਉਸ ਤੋਂ ਬਾਅਦ ਅਸੀਂ ਬਚਪਨੇ ਦੇ ਵਿੱਚ ਆ ਜਾਂਦੇ ਹਾਂ। ਬਚਪਨੇ ਤੋਂ ਬਾਅਦ ਫਿਰ ਹੌਲੀ ਹੌਲੀ ਉਮਰਾਂ ਵੱਧਦੀ ਅਸੀਂ ਜਵਾਨੀ ਦੇ ਵਿੱਚ ਆ ਜਾਂਦੇ ਹਾਂ। ਜਵਾਨੀ ਦੇ ਵਿੱਚੋਂ ਉਮਰ ਜਿਹੜੀ ਆ ਵੱਧਦੀ ਇੱਧਰ ਉਮਰ ਵੱਧ ਰਹੀ ਹੈ, ਪਰ ਸਮਾਂ ਘਟ ਰਿਹਾ ਸਾਡੇ ਸੰਸਾਰ ਦੇ ਉੱਤੇ। ਜਿਹੜਾ ਅਸੀਂ ਸਵਾਸ ਲਿਖਾ ਕੇ ਆਏ, ਪੂੰਜੀ ਸਮੇਂ ਦੀ ਲਿਖਾ ਕੇ ਆਏ, ਉਹ ਘਟਦੀ ਜਾ ਰਹੀ। ਅਸੀਂ ਵਡੇਪੇ ਦੇ ਵਿੱਚ ਚਲੇ ਜਾਂਦੇ ਹਾਂ। ਪਰ ਕਹਿੰਦੇ ਦੇਖ ਮਾਤਾ ਦੇ ਗਰਭ ਤੋਂ ਲੈ ਕੇ ਅੰਤ ਤੇਰੀ ਮੌਤ ਦੇ ਸਮੇਂ ਤੱਕ ਸਮਾਂ ਬਦਲਦਾ ਜਾ ਰਿਹਾ ਤੇਰੇ ਉੱਤੇ। ਤੇਰਾ ਰੂਪ ਵੀ ਬਦਲਦਾ ਜਾ ਰਿਹਾ। ਪਹਿਲਾਂ ਤੇਰੇ ਚਿਹਰੇ ਦੇ ਉੱਤੇ ਬਿਲਕੁਲ ਦਾੜੀ ਮੁੱਛ ਨਹੀਂ ਹੈ, ਫਿਰ ਸਮਾਂ ਆਉਂਦਾ ਉਹ ਕਾਲੇ ਰੂਪ ਦੀ ਦਾੜੀ ਮੁੱਛ ਹੁੰਦੀ, ਅੰਤ ਦੇ ਉਹ ਜਿਹੜੇ ਉਹ ਚਿੱਟੇ ਬਾਲ ਧੋਰੇ ਹੋ ਜਾਂਦੇ ਨੇ। ਸਮਾਂ ਬਦਲਦਾ, ਤੇਰਾ ਰੂਪ ਵੀ ਬਦਲਦਾ, ਪਰ ਨਿਰੰਕਾਰ ਅਕਾਲ ਪੁਰਖ ਸੂਰਜ ਰੂਪ ਇੱਕੋ ਆਪ ਹੀ ਨੇ। ਤੇਰੇ ਬਚਪਨੇ ਤੋਂ ਲੈ ਕੇ ਮਾਤ ਗਰਭ ਦੇ ਵਿੱਚ ਵੀ ਤੇਰੀ ਰਖਵਾਲੀ ਕਰਨ ਵਾਲੇ ਉਹੀ ਨੇ, ਤੇ ਅੰਤ ਤੱਕ ਵੀ ਤੇਰੀ ਰਖਵਾਲੀ ਉਹ ਨਿਰੰਕਾਰ ਇੱਕੋ ਹੀ ਅਕਾਲ ਪੁਰਖ ਸੱਚੇ ਪਾਤਸ਼ਾਹ ਕਰਦਾ। ਇਹ ਸਿਰਫ ਉਹਦੀ ਇੱਕ ਰਹਿਮਤ ਹੈ। ਉਹਨੇ ਵੱਖਰੇ ਵੱਖਰੇ ਰੂਪ ਬਣਾਏ ਹੋਏ ਹਨ। ਰਾਗ ਤਨਾਸਰੀ ਮਹਿਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਸਤਿਗੁਰ ਸੱਚੇ ਪਾਤਸ਼ਾਹ ਜੀ ਸੰਸਾਰ ਨੂੰ ਉਪਦੇਸ਼ ਦਿੰਦੇ ਲੋਕਾਂ ਨੂੰ ਭਰਮਾਂ ਦੇ ਵਿੱਚੋਂ ਕੱਢਣ ਵਾਸਤੇ, ਸਿੱਧੇ ਮਾਰਗ ਦੇ ਉੱਤੇ ਲਾਉਣ ਵਾਸਤੇ ਸਤਿਗੁਰਾਂ ਨੇ ਬਹੁਤ ਪਿੰਡਾ ਕੱਟਿਆ। ਇਹ ਅੱਜ ਤੱਕ ਬਹੁਤ ਐਸੇ ਵਿਗਿਆਨੀ ਹੋਏ ਨੇ ਜਿਹੜੇ ਕਹਿੰਦੇ ਨੇ ਵੀ ਕੋਈ ਕਹਿੰਦਾ 14,000 ਮੀਲ, ਕੋਈ ਪਰ ਕਿਸੇ ਨੂੰ ਵੀ ਪੂਰਾ ਗਿਆਨ ਨਹੀਂ। ਗਿਆਨ ਕਾਹਤੇ ਨਹੀਂ ਹੈ? ਜਦੋਂ ਦਸਤਗੀਰ ਦੇ ਪੁੱਤਰ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਅਨੇਕਾਂ ਧਰਤੀਆਂ ਬ੍ਰਹਮੰਡਾਂ ਦੇ ਉੱਤੇ ਲੈ ਕੇ ਗਏ ਨੇ, ਉਹਦਾ ਫਿਰ ਆਪਾਂ ਕਿੱਦਾਂ ਵੀ ਭਾਈ ਗਿਆਨ ਲਾਵਾਂਗੇ ਵੀ ਕਿੰਨੇ ਮੀਲ ਕੀਤੇ। ਅਕਾਲ ਪੁਰਖ ਸੱਚੇ ਪਾਤਸ਼ਾਹ ਆਪ
ਸਰਵ ਵਿਆਪਕ ਨੇ। ਆਪ ਹੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਇੱਥੇ ਜੋਤ ਸਰੂਪੀ ਆਏ ਹੋਏ ਨੇ। ਆਪਣੀਆਂ ਖੇਡਾਂ ਨੂੰ ਸਿਰਫ ਉਹ ਆਪ ਹੀ ਜਾਣ ਸਕਦੇ ਨੇ। ਇਹ ਜਿਹੜਾ ਮਿੱਟੀ ਦਾ ਪੁਤਲਾ ਹੈ ਨਾ, ਇਹ ਨਹੀਂ ਉਹਦੀਆਂ ਖੇਡਾਂ ਨੂੰ ਜਾਣ ਸਕਦਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਇਦੋਂ ਸਮੇਂ ਦੇ ਵਿੱਚ ਜਗਨਨਾਥਪੁਰੀ ਗਏ। ਉੱਥੇ ਜਿਹੜੇ ਗਏ ਨੇ ਕੀ ਜਾ ਕੇ ਸਾਰਾ ਸਤਿਗੁਰ ਸੱਚੇ ਪਾਤਸ਼ਾਹ ਨੇ, ਭਗਤ ਜੈਦੇਵ ਜੀ ਵੀ ਉੱਥੇ ਗਏ ਨੇ। ਜਦੋਂ ਸਾਰਾ ਕੁਝ ਦੇਖਦੇ ਨੇ, ਦੇਖਣ ਤੋਂ ਬਾਅਦ ਦੇਖਿਆ ਵੀ ਇਹ ਵੀ ਕਾਫੀ ਅਜੇ ਭਰਮਾਂ ਦੇ ਵਿੱਚ ਫਸੇ ਹੋਏ ਨੇ, ਜਿਹੜੇ ਆਪਣੇ ਆਪਣੇ ਵਿਦਵਾਨ ਤੇ ਪੰਡਤ ਅਖਵਾਉਂਦੇ ਨੇ। ਤੇ ਸ਼ਾਮਾਂ ਪੈ ਗਈਆਂ, ਉੱਥੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਬਾਹਰ ਬੈਠੇ ਨੇ ਸਤਿਗੁਰ ਜੀ ਆਪਣੇ ਆਨੰਦ ਦੇ ਵਿੱਚ। ਮਾਲਾ ਤੇ ਮਰਦਾਨਾ ਜੀ ਨਾਲ ਨੇ ਇਹਨਾਂ ਦੇ। ਉਹਨਾਂ ਨੇ ਆਰਤੀ ਕੀਤੀ ਭਾਈ। ਆਰਤੀ ਦੀ ਤਿਆਰੀ ਹੋ ਗਈ। ਉਹਨਾਂ ਨੇ ਥਾਲ ਲਿਆ, ਥਾਲ ਦੇ ਵਿੱਚ ਦੀਵੇ ਜਗਾਏ, ਧੂਫ ਜਗਾਈ। ਆਰਤੀ ਦਾ ਮਤਲਬ ਹੁੰਦਾ ਹੈ ਪ੍ਰੇਮ ਦੇ ਗੀਤ। ਉਸ ਅਕਾਲ ਪੁਰਖ ਨੂੰ ਧੰਨ ਧੰਨ ਆਖਣਾ, ਪਰਮਾਤਮਾ ਨੂੰ। ਇਹਨਾਂ ਨੇ ਆਪਣੇ ਇਸ਼ਟ ਨੂੰ, ਉੱਥੇ ਜੋ ਵੀ ਮੂਰਤੀ ਸੀ, ਭਗਵਾਨ ਸੀ, ਦੇਵਤਾ ਸੀ, ਉਹਦੀ ਇਹਨਾਂ ਨੇ ਆਰਤੀ ਉਤਾਰੀ। ਆਰਤੀ ਕਰਨ ਤੋਂ ਬਾਅਦ ਜਿਸਲੇ ਸਾਰਾ ਇਹਨਾਂ ਨੇ ਫਿਰ ਉੱਥੇ ਢੋਲਕੀਆਂ ਵੀ ਵੱਜਦੀਆਂ ਨੇ, ਸਰੰਗੇ ਵੀ ਵੱਜਦੇ ਨੇ, ਭੋਰੇ ਕਿਹਾ ਗਿਆ ਉਹਨਾਂ ਨੂੰ, ਭੇਰੀ ਵੀ ਕਿਹਾ ਗਿਆ। ਉਹ ਸਾਰੇ ਜਿਸਲੇ ਵੱਜ ਕੇ ਹਟ ਗਿਆ, ਸਮਾਪਤੀ ਹੋ ਗਏ। ਇਹ ਪੰਡਤ ਬਾਹਰ ਆਏ, ਆਣ ਕੇ ਦੇਖਿਆ ਵੀ ਲਿਬਾਸ ਤਾਂ ਇਹਦੇ ਵੀ ਸਾਡੇ ਵਰਗਾ ਪਾਇਆ ਹੋਇਆ ਹੈ। ਤੇ ਆਖਣ ਲੱਗੇ ਨਿਰੰਕਾਰ ਸੱਚੇ ਪਾਤਸ਼ਾਹ ਨੂੰ, ਭਈ ਤੁਹਾਡਾ ਲਿਬਾਸ ਜਿਹੜਾ ਹੈ ਸਾਧੂਆਂ ਵਾਲਾ ਹੈ, ਤੁਹਾਡਾ ਚਿਹਰਾ ਵੀ ਬੜਾ ਨੂਰਾਨੀ ਆ, ਪਰ ਜਿਹੜੀ ਆਰਤੀ ਅਸੀਂ ਅੰਦਰ ਕਰਕੇ ਆਏ ਹਾਂ ਆਪਣੇ ਇਸ਼ਟ ਦੀ, ਤੁਸੀਂ ਉਹ ਆਰਤੀ ਦੇ ਵਿੱਚ ਖੜੇ ਕਾਤੇ ਨਹੀਂ ਹੋਏ? ਤੁਸੀਂ ਕਿਉਂ ਨਹੀਂ ਉਹ ਆਰਤੀ ਦੇ ਵਿੱਚ ਹਿੱਸਾ ਪਾਇਆ? ਸਤਿਗੁਰ ਆਖਣ ਲੱਗੇ ਤੁਸੀਂ ਆਪਣੇ ਇਸ਼ਟ ਦੀ ਆਰਤੀ ਕਰਕੇ ਆਏ ਹੋ, ਅਸੀਂ ਬਾਹਰ ਬੈਠੇ ਨੇ ਆਪਣੇ ਇਸ਼ਟ ਦੀ, ਆਪਣੇ ਮਾਲਕ ਦੀ ਆਰਤੀ ਉਤਾਰੀ ਹੈ। ਆਪਣੇ ਮਾਲਕ ਤੋਂ ਬਲਿਹਾਰੇ ਕਰਵਾਨ ਗਏ ਹਾਂ। ਤੇ ਉਹ ਆਖਣ ਲੱਗੇ ਵੀ ਨਾ ਤੁਹਾਡੇ ਕੋਲ ਥਾਲੀ ਆ, ਨਾ ਦੀਵੇ ਆ, ਨਾ ਧੂਫ ਹੈ, ਫਿਰ ਤੁਸੀਂ ਕਿਸ ਤਰ੍ਹਾਂ ਆਰਤੀ ਕੀਤੀ? ਆਖਣ ਲੱਗੇ ਤੁਸੀਂ ਸਰਗੁਣ ਸਰੂਪ ਦੇ ਵਿੱਚ ਆਰਤੀ ਕਰਕੇ ਆਏ ਹੋ, ਅਸੀਂ ਨਿਰਗੁਣ ਸਰੂਪ ਦੇ ਵਿੱਚ ਉਹਦੀ ਆਰਤੀ ਕਰਦੇ ਹਾਂ। ਤੇ ਉਹ ਆਖਣ ਲੱਗੇ ਵੀ ਹੁਣ ਸਾਨੂੰ ਜ਼ਰੂਰ ਗਿਆਨ ਦਿਓ। ਸਤਿਗੁਰ ਸੱਚੇ ਪਾਤਸ਼ਾਹ ਨੇ ਤੁਹਾਨੂੰ ਦਿਖਾਇਆ ਬ੍ਰਹਿਮੰਡ ਵੱਲ ਨੂੰ। ਜਿਸ ਵੇਲੇ ਉਹਨਾਂ ਨੇ ਇਸ ਗੈਲੈਕਸੀ ਜਾਂ ਬ੍ਰਹਿਮੰਡ ਨੂੰ ਦੇਖਿਆ ਤੇ ਸਤਿਗੁਰ ਆਖਣ ਲੱਗੇ ਇਹਦੇ ਵਿੱਚ ਦੋ ਦੀਵੇ ਵੱਡੇ ਨੇ, ਇੱਕ ਸੂਰਜ ਤੇ ਇੱਕ ਚੰਦਰਮਾ, ਜਿਹੜਾ ਕਿ ਦਿਨ ਰਾਤ ਰੌਸ਼ਨੀ ਦੇ ਰਿਹਾ। ਤੇ ਆਹ ਜਿਹੜੇ ਛੋਟੇ ਛੋਟੇ ਟਮਕ ਤਾਰੇ ਨੇ, ਇਹ ਵੀ ਸਾਰੇ ਉਹਦੇ ਦੀਪਕ ਨੇ। ਇਹ ਬ੍ਰਹਿਮੰਡ ਜਿਹੜਾ ਹੈ, ਇਹਦੇ ਵਿੱਚ ਇਹ ਦੀਵੇ ਜਿਹੜੇ ਨੇ, ਇਹ ਸ਼ੋਭ ਕੇ ਉਸ ਦੀ ਆਰਤੀ ਕਰ ਰਹੇ ਹਨ। ਧੂਪ ਮਲਿਆਨ ਲੋ ਪਵਨ ਚਵਰੋਂ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਇਹ ਤਾਂ ਤੁਹਾਡੇ ਥਾਲ ਦੇ ਦੀਵੇ ਹੋ ਗਏ। ਆਖਣ ਲੱਗੇ ਤੁਸੀਂ ਧੂਪ ਕੋਈ ਨਹੀਂ ਜਗਾਈ। ਤੇ ਮਾਲਕ ਆਖਣ ਲੱਗੇ ਵੀ ਜਿਹੜੀ ਧੂਪ ਤੁਸੀਂ ਜਗਾ ਰਹੇ ਹੋ, ਇਹ ਧੂਪ ਬਣਾਈ ਗਈ ਹੈ ਸੁਗੰਧੀ ਵਾਲੀ, ਪਰ ਅਸੀਂ ਜਿਹੜੀ ਧੂਪ ਵਰਤਦੇ ਹਾਂ ਉਹ ਅਕਾਲ ਪੁਰਖ ਨੇ ਖੁਦ ਆਪ ਪ੍ਰਗਟ ਕੀਤੀ ਹੋਈ ਹੈ। ਇਹ ਜਿਹੜੀ ਹੈ ਮਲਿਆਣਲੋ, ਆਣਲੇ ਤੋਂ ਬਣਦਾ ਹੈ ਮਲਿਆਗਰ। ਮਲਿਆਗਰ ਕਹਿੰਦੇ ਨੇ ਚੰਦਨ ਨੂੰ। ਕਹਿੰਦੇ ਚੰਦਨ ਖੁਸ਼ਬੂ ਛੱਡਦਾ। ਜਿਹੜੇ ਵੱਖਰੇ ਵੱਖਰੇ ਬਨਸਪਤੀ ਦੇ ਫੁੱਲ ਨੇ, ਇਹ ਵੀ ਉਹਦੀ ਮਸਤੀ ਦੇ ਵਿੱਚ, ਉਹਦੀ ਸ਼ੋਭਾ ਦੇ ਵਿੱਚ, ਉਹਦੀ ਵਡਿਆਈ ਦੇ ਵਿੱਚ ਆਪਣੇ ਆਪਣੇ ਅੰਦਰੋਂ ਖੁਸ਼ਬੂਆਂ ਛੱਡਦੇ ਨੇ। ਇਹ ਸਾਡੀ ਬਣ ਜਾਂਦੀ ਧੂਪ। ਤੇ ਕਹਿੰਦੇ ਜਿਹੜੀ ਇਹ ਹਵਾ ਹੈ, ਪਵਨ ਹੈ, ਇਹ ਪਵਨ ਫੇ ਉਸ ਜਿਹੜੀ ਸੁਗੰਧੀ ਹੈ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਚੁੱਲ ਚੁੱਲ ਕੇ, ਇਹ ਉਹ ਚੌਰ ਬਣ ਕੇ ਇਹ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਉੱਥੇ ਉਹਦੇ ਅਕਾਲ ਪੁਰਖ ਤੱਕ ਪਹੁੰਚਾ ਰਹੀ ਹੈ। ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ। ਹੁਣ ਸਤਿਗੁਰ ਕਹਿੰਦੇ ਨੇ, ਹੇ ਅਕਾਲ ਪੁਰਖ ਨਿਰੰਕਾਰ, ਤੁਸੀਂ ਜਨਮ ਮਰਨ ਤੋਂ ਰਹਿਤ ਵਾਲੇ ਅਕਾਲ ਪੁਰਖ ਜੀ, ਅਸੀਂ ਕੌਣ ਹੁੰਦੇ ਹਾਂ? ਕਿਸ ਤਰ੍ਹਾਂ ਅਸੀਂ ਤੁਹਾਡੀ ਆਰਤੀ ਕਰੀਏ? ਅਨਹਤਾ ਸ਼ਬਦ ਵਜੰਤ ਭੇਰੀ ਰਹਾਓ। ਅਨਹਤਾ ਕਹਿੰਦੇ ਨੇ ਇੱਕ ਰਸ ਸ਼ਬਦ ਜੋ ਚੱਲਦਾ ਹੈ, ਉਹ ਸਾਡੇ ਅੰਦਰ ਜਿਸ ਵੇਲੇ ਸ਼ਬਦ ਨੇ ਪ੍ਰਗਟ ਹੋਣਾ, ਉਹਨੇ ਇੱਕ ਰਸ ਹੀ ਚੱਲਣਾ। ਉਹਦੇ ਵਿੱਚ ਹੀ ਉਹ ਜਿਹੜੀਆਂ ਧੁਨਾਂ ਨੇ, ਜਿਹੜੀਆਂ ਉਹਦੇ ਵਿੱਚੋਂ ਧੁਨਾਂ ਨਿਕਲੀਆਂ, ਉਹਨਾਂ ਨੂੰ ਭੇਰੀ। ਮਾਲਕ ਆਖਣ ਲੱਗੇ ਵੀ ਅਸੀਂ ਨਿਰਗੁਣ ਭੇਰੀਆਂ ਦੇ ਰਾਹੀਂ ਉਸ ਸਤਿਗੁਰ ਦੀ ਵਡਿਆਈ ਕਰ ਰਹੇ ਹਾਂ। ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕੋ, ਸਹਸ ਮੂਰਤ
ਨੰਨਾ ਏਕ ਤੋਹੀ। ਆਖਣ ਲੱਗੇ ਵੀ ਜਿਹੜੇ ਨਿਰਗੁਣ ਸਰੂਪ ਦੀ ਤੁਸੀਂ ਆਰਤੀ ਉਤਾਰ ਰਹੇ ਹੋ, ਇਹ ਤੁਸੀਂ ਸਰਗੁਣ ਸਰੂਪ ਦੇ ਵਿੱਚ ਵੀ ਉਸ ਨੂੰ ਦੇਖਦੇ ਹੋ। ਕਹਿੰਦੇ ਅਸੀਂ ਦੋਨਾਂ ਰੂਪਾਂ ਦੇ ਵਿੱਚ ਦੇਖਦੇ ਹਾਂ। ਤਾਂ ਕਹਿੰਦੇ ਫਿਰ ਸਾਨੂੰ ਉਹਦਾ ਰੂਪ ਰੰਗ ਦੱਸੋ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਹਸ ਤਵ ਨੈਣ। ਨਿਰਗੁਣ ਸਰੂਪ ਦੇ ਵਿੱਚ ਉਹ ਅਕਾਲ ਪੁਰਖ ਤੇ ਸਰਗੁਣ ਸਰੂਪ ਦੇ ਵਿੱਚ ਅਕਾਲ ਪੁਰਖ ਕਹਿੰਦੇ ਨੇ। ਹੁਣ ਸੁਣੋ ਪੰਡਤੋ ਉਹਦੇ ਬਾਰੇ। ਕਹਿੰਦੇ ਸਰਗੁਣ ਸਰੂਪ ਭਾਈ ਉਹਨੂੰ ਕਹਿੰਦਾ ਜਿਹੜਾ ਦੇਖਣ ਦੇ ਵਿੱਚ ਆਉਂਦਾ। ਨਿਰਗੁਣ ਹੁੰਦਾ ਜਿਹੜਾ ਦੇਖਣ ਦੇ ਵਿੱਚ ਨਹੀਂ ਆਉਂਦਾ। ਸੋ ਆਪਾਂ ਪਹਿਲਾਂ ਸਰਗੁਣ ਸਰੂਪ ਦੀ ਮਾਰੇ ਕਹਿੰਦੇ ਨੇ। ਸਰਗੁਣ ਸਰੂਪ ਦੇ ਵਿੱਚ ਉਹਦੇ ਹਜ਼ਾਰਾਂ ਹੀ ਨੇਤਰ ਨੇ, ਕਿਉਂਕਿ ਹਰ ਇੱਕ ਦੇ ਅੰਦਰ ਉਹ ਵਸਿਆ ਹੋਇਆ ਹੈ। ਉਹਦੇ ਹਜ਼ਾਰਾਂ ਹੀ ਨੇਤਰ ਨੇ। ਤੇ ਕਹਿੰਦੇ ਨਿਰਗੁਣ ਸਰੂਪ ਦੇ ਵਿੱਚ ਨਨ ਨੈਣ ਹੈ ਤੋਹੇ ਕੋ। ਕਹਿੰਦੇ ਨਿਰਗੁਣ ਸਰੂਪ ਦੇ ਵਿੱਚ ਉਹਦਾ ਇੱਕ ਵੀ ਨੇਤਰ ਨਹੀਂ ਹੈ, ਇੱਕ ਵੀ ਨਹੀਂ। ਸਹਿਸ ਮੂਰਤ। ਕਹਿੰਦੇ ਸਰਗੁਣ ਸਰੂਪ ਦੇ ਵਿੱਚ ਸਾਰੀਆਂ ਉਹਦੀਆਂ ਹੀ ਮੂਰਤਾਂ ਨੇ, ਸਾਰੇ ਉਹਦੇ ਹੀ ਰੂਪ ਨੇ, ਹਜ਼ਾਰਾਂ ਹੀ ਨੇ, ਜਿੰਨਾ ਜਿੱਥੇ ਤੱਕ ਅਸੀਂ ਦੇਖ ਸਕਦੇ ਹਾਂ। ਤੇ ਕਹਿੰਦੇ ਨਿਰਗੁਣ ਸਰੂਪ ਦੇ ਵਿੱਚ ਨੰਨਾ ਏਕ ਤੋਹੀ। ਕਹਿੰਦੇ ਇੱਕ ਵੀ ਸਰੂਪ ਵਾਲੀ ਉਹਦੀ ਮੂਰਤੀ ਨਹੀਂ ਹੈ। ਸਹਿਸ ਪਦ ਬਿਮਲ। ਕਹਿੰਦੇ ਸਰਗੁਣ ਸਰੂਪ ਏਕ ਤੋਹੀ। ਸਹਿਸ ਮੂਰਤ। ਸਰਗੁਣ ਸਰੂਪ ਦੇ ਵਿੱਚ ਮੂਰਤੀਆਂ ਹਜ਼ਾਰਾਂ ਨੇ। ਨੰਨਾ ਏਕ ਤੋਹੀ। ਨਿਰਗੁਣ ਸਰੂਪ ਦੇ ਵਿੱਚ ਇੱਕ ਵੀ ਉਹਦੀ ਮੂਰਤੀ ਨਹੀਂ। ਸਹਿਸ ਪਦ ਬਿਮਲ। ਕਹਿੰਦੇ ਉਹਦੇ ਸਰਗੁਣ ਸਰੂਪ ਦੇ ਵਿੱਚ ਅਨੇਕਾਂ ਹੀ ਪਵਿੱਤਰ ਚਰਨ ਨੇ, ਅਨੇਕਾਂ ਹੀ ਪਵਿੱਤਰ ਚਰਨ ਨੇ ਉਹਦੇ। ਨਨ ਏਕ ਪਦ। ਤੇ ਨਿਰਗੁਣ ਸਰੂਪ ਦੇ ਵਿੱਚ ਉਹਦਾ ਇੱਕ ਵੀ ਪੈਰ ਨਹੀਂ ਹੈ, ਇੱਕ ਵੀ ਉਹਦਾ ਰੂਪ ਨਹੀਂ, ਇੱਕ ਵੀ ਪੈਰ ਨਹੀਂ ਹੈ। ਕਹਿੰਦੇ ਨਨ ਏਕ ਪਦ, ਇੱਕ ਵੀ ਨਹੀਂ ਹੈ। ਤੇ ਗੰਧ ਬਿਨ ਸਹਿਸ ਤਵ ਗੰਧ। ਕਹਿੰਦੇ ਨਿਰਗੁਣ ਸਰੂਪ ਦੇ ਵਿੱਚ ਉਹਦਾ ਇੱਕ ਵੀ ਨੱਕ ਨਹੀਂ ਹੈ, ਪਰ ਸਰਗੁਣ ਸਰੂਪ ਦੇ ਵਿੱਚ ਅਨੇਕਾਂ ਹੀ ਉਸ ਦੇ ਨੱਕ ਵੀ ਹਨ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਕਹਿੰਦੇ ਵੀ ਉੱਥੇ ਨਾਲ ਇੱਕ ਮਹਾਰਾਜ ਨੇ ਪਹਿਲਾਂ ਵਚਨ ਕਰ ਦਿੱਤਾ, ਇਹ ਵਿਚਲਤ ਮੋਹੀ। ਕਹਿੰਦੇ ਵੀ ਇਹ ਮੈਂ ਉਹਦੇ ਅਸਚਰਜ ਦੇਖ ਦੇਖ ਕੇ ਵਿਸਮਾਦ, ਮੇਰੀ ਮਤ ਜਿਹੜੀ ਹੈ, ਮੇਰੀ ਜਿਹੜੀ ਬੁੱਧੀ ਮੋਹਤ ਹੋ ਜਾਂਦੀ, ਉਹਦੇ ਉੱਤੇ ਬਲਿਹਾਰੇ ਜਾਂਦੀ ਹੈ। ਹੁਣ ਫਿਰ ਗਾਂ ਜਾ ਕੇ ਸਤਿਗੁਰ ਕਿਰਪਾ ਕਰਦੇ ਨੇ ਭਈ ਉਹ ਅਕਾਲ ਪੁਰਖ ਹਰ ਜੀਵ ਦੇ ਅੰਦਰ ਹੈ, ਉਹਦੀ ਹੀ ਜੋਤ ਹਰ ਇੱਕ ਦੇ ਅੰਦਰ ਕੰਮ ਕਰ ਰਹੀ ਹੈ। ਜਿੰਨਾ ਚਿਕਰ ਉਹ ਜੋਤ ਉਹ ਸਰੀਰ ਦੇ ਅੰਦਰ ਆਤਮਾ ਦੇ ਰੂਪ ਦੇ ਵਿੱਚ ਕੰਮ ਕਰ ਰਹੀ ਆ, ਉਹਨਾਂ ਚਿਕਰ ਇਹ ਹਰ ਕੋਈ ਚੱਲ ਫਿਰ ਰਿਹਾ। ਜਦੋਂ ਉਹ ਜੋਤ ਨੇ ਇਸ ਸਰੀਰ ਤੋਂ ਵਿਛੋੜਾ ਲੈ ਲੈਣਾ, ਇਸ ਜਿਹੜਾ ਸਰੀਰ ਹੈ ਮਿੱਟੀ ਤੋਂ ਬਣਿਆ, ਮਿੱਟੀ ਦੇ ਵਿੱਚ ਹੀ ਚਲੇ ਜਾਣਾ। ਇਸੇ ਕਾਰਨ ਕਰਕੇ ਕਹਿੰਦੇ ਇਹ ਗਿਆਨ ਦਾ ਚਾਨਣ ਵੀ ਉਹਦੇ ਚਾਨਣ ਦੇ ਰਾਹੀਂ ਹੀ ਹੋ ਰਿਹਾ। ਇਹ ਜਿਹੜਾ ਆਰਤੀ ਦਾ ਚਾਨਣਾ ਹੈ, ਅਸਲੀ ਰੂਪ ਦੇ ਵਿੱਚ ਉਹਦੀ ਜੋਤ ਦਾ ਹੀ ਚਾਨਣਾ ਹੋ ਰਿਹਾ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਗੁਰੂ ਨੂੰ ਸਾਖੀ, ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਤੋਂ ਨਾਮ ਪ੍ਰਾਪਤ ਕਰਕੇ, ਗੁਰੂ ਤੋਂ ਸੇਵਾ ਪ੍ਰਾਪਤ ਕਰਕੇ, ਗੁਰੂ ਤੋਂ ਜਨਮ ਦਾ ਜਨ ਬਣ ਕੇ, ਕਹਿੰਦੇ ਜਿਸ ਵੇਲੇ ਜੀਵ ਉਹਦੇ ਮੂਹਰੇ ਆਣ ਕੇ ਡਿੱਗ ਪੈਂਦਾ, ਢਹਿ ਪੈਂਦਾ, ਫਿਰ ਗੁਰੂ ਦੀ ਸਿੱਖਿਆ ਦੇ ਉੱਤੇ ਉਹ ਚੱਲ ਪੈਂਦਾ। ਉਹਦੀ ਸਿੱਖਿਆ ਚੱਲਣ ਦੇ ਨਾਲ ਇਹ ਜੋਤ ਅਕਾਲ ਪੁਰਖ ਰੂਪੀ ਅੰਦਰੋਂ ਹੀ ਪ੍ਰਗਟ ਹੋ ਜਾਂਦੀ ਹੈ। ਤਾਂ ਫਿਰ ਕਹਿੰਦੇ ਵੀ ਉਹ ਜਿਸ ਤਰ੍ਹਾਂ ਉਹਨੂੰ ਪਾਉਂਦਾ, ਉਹ ਆਪਣੀ ਆਰਤੀ ਆਪ ਹੀ ਕਰਵਾ ਲੈਂਦਾ ਹੈ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹਿ ਆਹੀ ਪਿਆਸਾ। ਹਰੀ ਦੇ ਚਰਨ ਜਿਹੜੇ ਨੇ, ਹਰ ਚਰਨ ਉਹ ਕਮਲ ਵਰਗੇ ਨੇ। ਕਹਿੰਦੇ ਪੰਡਤੋ ਸੰਸਾਰ ਦੇ ਲੋਕੋ ਇਸ ਤਰ੍ਹਾਂ ਅਨੁਭਵ ਕਰੋ, ਪ੍ਰੀਤਮ ਦਾ ਨਾਮ, ਪ੍ਰੀਤਮ ਦੀ ਬੰਦਗੀ, ਪ੍ਰੀਤਮ ਦੀ ਸੇਵਾ ਕਮਲਾਂ ਵਰਗੀ ਹੈ। ਮਕਰੰਦ ਲੋਭਤ ਮਨੋ, ਇਹ ਕਹਿੰਦਾ ਜਿਹੜਾ ਮਕਰੰਦ ਕਹਿੰਦੇ ਨੇ ਭੋਰੇ ਨੂੰ, ਤੇ ਕਹਿੰਦਾ ਸਾਡਾ ਮਨ ਭੋਰਾ ਬਣ ਕੇ ਉਸ ਦੇ ਵਿੱਚ ਜਾ ਕੇ ਮਿਲਾਪ ਕਰ ਲੈਂਦਾ ਹੈ। ਅਨ ਦਿਨੋਂ ਮੋਹੇ ਆਈ ਪਿਆਸਾ। ਕਹਿੰਦੇ ਦਿਨ ਰਾਤ ਮੈਨੂੰ ਉਸ ਜਿਹੜੀ ਸਤਿਗੁਰੂ ਵੱਲੋਂ ਅੰਮ੍ਰਿਤ ਦੀ ਦਾਤ, ਨਾਮ ਦੀ ਦਾਤ ਪ੍ਰਗਟ ਹੋਈ ਹੈ, ਜਿਸ ਦੀ ਪਿਆਸ ਮੈਨੂੰ ਦਿਨ ਰਾਤ ਲੱਗਦੀ ਰਹੇ, ਲੱਗਦੀ ਰਹੇ, ਤਾਂ ਮੈਂ ਉਸ ਨਾਮ ਨੂੰ ਹੋਰ ਜਪਦਾ ਰਹਾ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਨਿਰੰਕਾਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਕਹਿੰਦੇ ਵੀ ਇਹ ਜਿਹੜਾ ਜਲ ਹੈ ਨਾ, ਇਹ ਜਿਹੜਾ ਅੰਮ੍ਰਿਤ ਰੂਪੀ ਜਲ ਹੈ,
ਜਿੱਦਾਂ ਤੁਸੀਂ ਬਬੀਹੇ ਨੂੰ ਸਵੰਤੀ ਬੂਧ ਦਿੰਦੇ ਹੋ, ਇਸੇ ਤਰ੍ਹਾਂ ਇਹ ਨਾਮ ਮੈਨੂੰ ਵੀ ਬਖਸ਼ ਦਿਓ ਕਿ ਮੈਂ ਤੇਰੇ ਨਾਮ ਦੇ ਵਿੱਚ ਸਦਾ ਵਸਿਆ ਹੀ ਰਹਾ। ਰਾਗ ਗੌੜੀ ਪੂਰਵੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਵੋ ਪਰਿਆ, ਮਿਲ ਸਾਧੂ ਖੰਡਲ ਖੰਡਾਹੇ। ਇੱਕ ਵਾਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਕੁਝ ਸੰਗਤ ਗੋਇੰਦਵਾਲ ਸਾਹਿਬ ਤੋਂ ਜਾ ਰਹੀ ਸੀ, ਤੇ ਸਤਿਗੁਰ ਜਿਸ ਵੇਲੇ ਉੱਥੇ ਪਹੁੰਚੇ ਨੇ ਤੇ ਇਹ ਦੇਹੀ ਦਾ ਸਤਿਗੁਰ ਜੀ ਗਿਆਨ ਦੇ ਰਹੇ ਨੇ ਉਹਨਾਂ ਸਾਰਿਆਂ ਨੂੰ। ਕਹਿੰਦੇ ਨੇ ਇਹ ਜਿਹੜੀ ਦੇਹੀ ਹੈ ਇਹ ਮਿੱਝ, ਹੱਡੀਆਂ, ਖੂਨ ਜਿਹਦੇ ਨਾਲ ਉੱਤੇ ਸਤਿਗੁਰਾਂ ਨੇ ਬਹੁਤ ਸੋਹਣਾ ਚਮਦਾ ਇਹਨੂੰ ਕੋਟ ਪਹਿਨਾ ਦਿੱਤਾ, ਪਰ ਇਹਦੇ ਅੰਦਰ ਹੋਰ ਕੀ ਕੀ ਚੀਜ਼ਾਂ ਰੱਖੀਆਂ ਹੋਈਆਂ ਨੇ ਜਿਹੜੀਆਂ ਕਿ ਸਾਨੂੰ ਪਰਮਾਤਮਾ ਦੇ ਨਾਲ ਮਿਲ ਨਹੀਂ ਦਿੰਦੀਆਂ। ਪਰਮਾਤਮਾ ਦੇ ਨਾਲੋਂ ਸਾਡਾ ਉਹਨਾਂ ਨੇ ਵਿਛੋੜਾ ਪਾਇਆ ਹੋਇਆ ਹੈ। ਉਹ ਕਿਹੜੀਆਂ ਕਹਿੰਦੇ ਨੇ, ਕਹਿੰਦੇ ਕਾਮ ਕ੍ਰੋਧ ਨਗਰ ਬਹੁ ਭਰਿਆ। ਇਹ ਸਰੀਰ ਕਾਮ ਤੇ ਕ੍ਰੋਧ ਨੇ ਐਨ ਭਰਪੂਰ ਤੌਰ ਤੇ ਇਹਦੇ ਨਾਲ ਭਰਿਆ ਹੋਇਆ ਹੈ। ਤੇ ਫਿਰ ਕੀ ਹੁੰਦਾ, ਕਹਿੰਦੇ ਜਦੋਂ ਕਿਤੇ ਉਹ ਪੂਰੇ ਜੁੜਿਆਂ ਦੀ ਸੰਗਤ ਮਿਲ ਜਾਵੇ ਤਾਂ ਫਿਰ ਇਸ ਦਾ ਖਾਤਮਾ ਕੀਤਾ ਜਾ ਸਕਦਾ, ਨਹੀਂ ਤਾਂ ਅਸੀਂ ਇਹਦਾ ਬਹੁਤ ਭਾਰ ਉਠਾ ਕੇ ਤੁਰੇ ਫਿਰਦੇ ਹਾਂ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਜਦੋਂ ਅਸੀਂ ਬਖਸ਼ਿਆਂ ਦੀ ਸੰਗਤ ਦੇ ਵਿੱਚ ਬਹਿ ਜਾਂਦੇ ਹਾਂ ਉਸ ਵੇਲੇ ਸਾਨੂੰ ਗਿਆਨ ਹੋ ਜਾਂਦਾ, ਪਰ ਕਹਿੰਦੇ ਉਹ ਬਖਸ਼ਿਆਂ ਦੀ ਸੰਗਤ ਜਿਹੜੀ ਜੇ ਪੂਰਵਰੇ ਕਰਮ ਲਿਖੇ ਹੋਣ, ਤੂੰ ਧੁਰੋਂ ਦਰਗਾਹ ਤੋਂ ਕਰਮ ਲਿਖਾ ਕੇ ਆਇਆ ਹੋਵੇਂ ਤਾਂ ਹੀ ਤੈਨੂੰ ਉਹਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਕਰ ਸਾਧੂ ਅੰਜੋਲੀ ਪੁਨ ਵੱਡਾ ਹੈ। ਕਹਿੰਦੇ ਜਿਸ ਵੇਲੇ ਮਨ ਇੱਕ ਸੁਰ ਹੋ ਕੇ ਇਹ ਸਾਧੂਆਂ ਦੀ ਮੰਡਲੀ ਦੇ ਵਿੱਚ ਬੈਠ ਜਾਂਦਾ, ਫੇਰ ਕੀ ਹੁੰਦਾ, ਕਹਿੰਦੇ ਉਹ ਸਾਧੂਆਂ ਦੇ ਮੋਰੇ ਹੱਥ ਜੋੜ ਲਾ, ਬੁੱਕ ਬਣਾ ਲਾ। ਇਹ ਜਿਹੜਾ ਅੰਜਲੀ ਇਹਨੂੰ ਬੁੱਕ ਬਣਾਉਣਾ ਕਹਿੰਦੇ ਨੇ। ਜਦੋਂ ਆਪਾਂ ਪੁਰਾਤਨ ਸਮੇਂ ਦੇ ਵਿੱਚ ਪਾਣੀ ਪੀਂਦੇ ਹੁੰਦੇ ਸੀ, ਗਲਾਸ ਨਹੀਂ ਸੀ ਹੋਇਆ ਕਰਦੇ ਸਨ ਜਾਂ ਖੂਹ ਤੇ ਹੁੰਦੇ ਸਾਂ, ਜਿੱਥੇ ਵੀ ਪਾਣੀ ਇਹ ਨਿਰਮਲ ਜਲ ਨਿਕਲਦਾ ਹੁੰਦਾ ਸੀ, ਆਪਾਂ ਬੁੱਕ ਬਣਾ ਕੇ ਪੀ ਲੈਂਦੇ ਸਨ। ਕਹਿੰਦੇ ਇਦਾਂ ਕਰ ਵੀ ਜਿਸ ਵੇਲੇ ਤੈਨੂੰ ਪੂਰਬਲੇ ਕਰਮਾਂ ਦੇ ਕਾਰਨ ਕਰਕੇ ਸਾਧੂਆਂ ਦਾ ਮਿਲਾਪ ਹੋ ਗਿਆ, ਜੁੜਿਆਂ ਦਾ ਮਿਲਾਪ ਹੋ ਗਿਆ, ਉਹਨਾਂ ਦੇ ਮੋਹਰੇ ਤੂੰ ਆ ਜਿਹੜਾ ਤੇਰਾ ਹੱਥ ਹੈ, ਇਹਨਾਂ ਹੱਥਾਂ ਨੂੰ ਅੰਜਲੀ ਬਣਾ ਕੇ ਉਹਨਾਂ ਦੇ ਮੋਹਰੇ ਖੜ ਜਾ। ਕਰ ਡੰਡਾਉਤ ਪੁਨ ਵੱਡਾ ਹੈ। ਕਹਿੰਦੇ ਹੱਥ ਜੋੜ ਕੇ ਖੜੀ ਨਾ ਕੱਲਾ, ਤੂੰ ਏਦਾਂ ਕਰ ਇੱਕ ਡੰਡੇ ਵਾਂਗੂ ਸਿੱਧਾ ਧਾਰਾ ਹੋ ਕੇ ਐਨ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਡਿੱਗ ਪੈ, ਕੁਝ ਪ੍ਰਾਪਤ ਕਰਨਾ ਨਾ ਉਹਨਾਂ ਦੇ ਕੋਲੋਂ। ਹਾਂ ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ, ਤਿੰਨੇ ਅੰਤਰ ਹਉ ਮੈਂ ਕੰਡਾ ਹੈ। ਸਤਿਗੁਰ ਜੀ ਉੱਥੇ ਵਿਸਰਾਮ ਲਾਉਂਦੇ ਨੇ। ਕਹਿੰਦੇ ਜਦੋਂ ਤੂੰ ਉਹਨਾਂ ਦੇ ਡੰਡੌਤ ਕਰੇਗਾ, ਉਹਨਾਂ ਦੇ ਮੂਹਰੇ ਹੱਥ ਜੋੜ ਕੇ ਖੜਾ ਹੋਏਗਾ, ਫੇਰ ਉਹ ਤੇਰੇ ਉੱਤੇ ਕਿਰਪਾ ਕਰਨਗੇ, ਤੈਨੂੰ ਨਾਮ ਦੀ ਦਾਤ ਦੇਣਗੇ। ਪਰ ਕਹਿੰਦੇ ਹਰ ਕੋਈ ਨਹੀਂ ਇਹ ਕਰ ਸਕਦਾ, ਹਰ ਕੋਈ ਨਹੀਂ। ਸਾਕਤ ਕਹਿੰਦੇ ਨੇ ਜਿਹੜਾ ਪ੍ਰਮਾਤਮਾ ਤੋਂ ਟੁੱਟਿਆ ਹੋਵੇ, ਜਿਹੜੇ ਪ੍ਰਮਾਤਮਾ ਦੇ ਗੁਣਾਂ ਤੋਂ ਖਾਲੀ ਹੋਵੇ। ਕਹਿੰਦੇ ਇਹ ਸਾਖਤ ਨੂੰ ਉਹ ਰਸ ਦਾ ਗਿਆਨ ਨਹੀਂ। ਕਿਹੜੇ ਰਸ ਦਾ? ਜਿਹੜਾ ਅਕਾਲ ਪੁਰਖ ਦੇ ਨਾਮ ਦਾ ਅੰਮ੍ਰਿਤ ਸਾਡੇ ਅੰਦਰ ਚੱਲਦਾ ਹੈ, ਉਹ ਅੰਮ੍ਰਿਤ ਦਾ ਉਹਨੂੰ ਬਿਲਕੁਲ ਕੋਈ ਗਿਆਨ ਨਹੀਂ, ਉਹਨੂੰ ਪਤਾ ਹੀ ਨਹੀਂ ਉਹ ਉਸ ਕਿਸ ਤਰ੍ਹਾਂ ਹੈ। ਤਾਂ ਹੀ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਬਹੁਤ ਵਾਰ ਆਖਿਆ ਵੀ ਜਿਹੜੇ ਸਾਕਤ ਨੇ ਇਹ ਤਾਂ ਸਵਾਦ ਤੋਂ ਬਹੁਤ ਦੂਰ ਨੇ, ਮਨ ਦੀ ਮਤ ਮਗਰ ਤੁਰੇ ਫਿਰਦੇ ਨੇ। ਗੁਰਮੁਖ ਕੂੜ ਨ ਭਾਵੀ, ਸੱਚ ਰਤੇ ਸੱਚ ਪਾਏ, ਸਾਕਤ ਸੱਚ ਨ ਭਾਵੀ, ਕੂੜੇ ਕੂੜੀ ਪਾਏ। ਕਹਿੰਦੇ ਜਿਹੜੇ ਸਾਕਤ ਹੁੰਦੇ ਨੇ ਮਨਮੁਖਾਂ, ਉਹਨਾਂ ਨੂੰ ਕਹਿੰਦੇ ਸੱਚ ਚੰਗਾ ਵੀ ਨਹੀਂ ਲੱਗਦਾ। ਗੁਰਦੁਆਰੇ ਵੀ ਆਉਣਗੇ, ਉੱਥੇ ਬੈਠ ਕੇ ਨਿੰਦਿਆ ਹੀ ਕਰਦੇ ਰਹਿਣਗੇ। ਸਾਕਤ ਕੀ ਐਸੀ ਹੈ ਰੀਤ, ਜੋ ਕੁਛ ਕਰੇ ਸਗਲ ਵਿਪਰੀਤ, ਜਿਉ ਪ੍ਰਾਣ ਜਿਨ ਮਨ ਤਨ ਧਾਰਿਆ, ਸੋਈ ਠਾਕਰ ਮਨੋਂ ਵਿਸਾਰਿਆ। ਉਹ ਕਹਿੰਦੇ ਜਿਹਨੇ ਤੈਨੂੰ ਸਭ ਕੁਝ ਦਿੱਤਾ, ਤੂੰ ਉਹਨੂੰ ਮਨੋਂ ਵਿਸਾਰ ਕੇ ਬੈਠਾ। ਸਾਕਤ ਵਿਦ ਕਮਾਇਆ ਧਾਰੀ, ਤਿੰਨ ਜਮ ਜੋਨ ਲਾਗੇ, ਉਹਨ ਸਤਿਗੁਰ ਆਗੇ ਸੀਸ ਨਾ ਵੇਚਿਆ, ਉਹ ਆਵੇ ਜਾਹੇ ਅਭਾਗੇ। ਇੰਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਕਤ ਨੂੰ ਸੁਚੇਤ ਕੀਤਾ ਕਿ ਤੇਰਾ ਸਮਾਂ ਜਿਹੜਾ ਸੰਸਾਰ ਦੇ ਉੱਤੇ ਆ ਇਹ ਵਿਅਰਥ ਜਾ ਰਿਹਾ। ਵਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਤਾ ਨਾਮ ਬਿਨਾ ਤਨ ਅੰਧ, ਮੁਖ ਆਵ ਤਾਂ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰੈਨ, ਵਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ। ਕਹਿੰਦੇ ਬੀਜ ਲਾ,
ਪਰ ਜੇ ਉੱਥੇ ਪਾਣੀ ਨਹੀਂ ਆਇਆ ਨਾ, ਮੀਂਹ ਨਹੀਂ ਪਿਆ, ਤੇ ਉਹ ਵੇਖੇ ਉਹ ਸੁੱਕੀ ਰਹਿ ਜਾਂਦੀ। ਇਸੇ ਤਰ੍ਹਾਂ ਸਾਡਾ ਮਨ ਜਿਹੜਾ, ਜਿਹਦੇ ਅੰਦਰ 4 ਨਦੀਆਂ ਅੱਗ ਦੀਆਂ ਚੱਲਦੀਆਂ ਨੇ, ਹੰਸ ਹੇਤ ਲੋਭ ਕੋਪ 4 ਨਦੀਆਂ ਅੱਗ, ਮਨ ਤਾਂ ਸੁੱਕਾ ਪਿਆ, ਇਹ ਤਾਂ ਜਲਿਆ ਭੁੱਜਿਆ ਫਿਰਦਾ। ਜਿੰਨਾ ਚਿਰ ਇੱਥੇ ਨਾਮ ਦੇ ਰਾਹੀਂ ਉੱਥੇ ਅੰਮ੍ਰਿਤ ਦੀ ਵਰਖਾ ਨਾ ਪਾ ਕਰਾਂਗੇ, ਇਹ ਇਸੇ ਤਰ੍ਹਾਂ ਰਹੇਗਾ ਜਿੱਦਾਂ ਕਿ ਇੱਕ ਖੇਤੀ ਸੁੱਕੀ ਹੁੰਦੀ ਹੈ। ਸੋ ਇਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸਾਕਤ ਨੂੰ ਇਹ ਸਵਾਦ, ਇਹ ਨਾਮ ਰੂਪੀ ਅੰਮ੍ਰਿਤ ਦਾ ਸਵਾਦ ਨਹੀਂ ਉਹ ਜਾਣ ਸਕਦਾ। ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਆਹ ਜਿਹੜਾ ਬਚਨ ਸਤਿਗੁਰ ਕਰਦੇ ਨੇ, ਕਹਿੰਦੇ ਵੀ ਉਹ ਸਾਕਤ ਇਸ ਤਰ੍ਹਾਂ ਹੁੰਦੇ ਆ, ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਜਿਹੜਾ ਨਾ ਬੜਾ ਵੱਡਾ ਬਣਿਆ ਹੁੰਦਾ, ਹਉਮੈ ਦਾ ਕੰਡਾ। ਹੁਣ ਦੇਖੋ, ਕਿਸੇ ਕੋ 4 ਛਿੱਲੜ ਧਨ ਦੇ ਜ਼ਿਆਦੇ ਹੋਣ, ਬੜੀ ਵਡਿਆਈ ਉਹਦੀ ਹੁੰਦੀ ਹੋਵੇ, ਤੇ ਕੋਈ ਐਸਾ ਸਮਾਂ ਆ ਜਾਵੇ ਵੀ ਲੋਕ ਉਹਦੀ ਵਡਿਆਈ ਕਰਨੋਂ ਹਟ ਜਾਣ ਜਾਂ ਉਹਦਾ ਹੁਕਮ ਮੰਨਣੋਂ ਹਟ ਜਾਣ, ਤੇ ਬੜਾ ਦੁੱਖ ਹੁੰਦਾ, ਬੜਾ ਕ੍ਰੋਧਵਾਨ ਹੁੰਦਾ। ਇਹ ਜਦੋਂ ਕ੍ਰੋਧਵਾਨ ਹੁੰਦਾ ਤੇ ਉਹ ਫਿਰ ਅਨੇਕਾਂ ਰਤਾਂ ਦੇ ਛਲ ਬਲ ਤੇ ਭਰਮਾਂ ਦੇ ਵਿੱਚ ਜਾ ਕੇ ਫਸ ਜਾਂਦਾ। ਕਹਿੰਦੇ ਵੀ ਇਹ ਜਿਹੜੇ ਸਾਕਤ ਨੇ, ਇਹ ਇਹਨਾਂ ਦੇ ਅੰਦਰ ਜਿਹੜਾ ਹਉਮੈ ਦਾ ਬਹੁਤ ਵੱਡਾ ਕੰਡਾ ਹੈ, ਕਿਉਂਕਿ ਅਕਾਲ ਪੁਰਖ ਤੋਂ ਟੁੱਟ ਚੁੱਕੇ ਨੇ। ਇਹ ਜਿੱਦਾਂ ਜਿੱਦਾਂ ਇਸ ਸੰਸਾਰ ਦੇ ਉੱਤੇ ਚੱਲ ਰਹੇ ਨੇ, ਜਿੱਦਾਂ ਕਿ ਜੁੱਤੀ ਦੇ ਵਿੱਚ ਗਲੀ ਹੋਵੇ ਤੇ ਚੱਲ ਰਹੀ ਹੈ ਆਪਾਂ ਉਹ ਸੂਲਾਂ ਦੇ ਉੱਤੋਂ ਦੀ, ਉਹ ਵੀ ਸੂਲਾਂ ਸਾਡੇ ਪੈਰ ਦੇ ਵਿੱਚ ਚੁੱਭਦੀਆਂ। ਤੇ ਕਹਿੰਦੇ ਇਸੇ ਰੂਪ ਦੇ ਵਿੱਚ ਜਿੱਦਾਂ ਜਿੱਦਾਂ ਉਹ ਸੰਸਾਰ ਤੇ ਆਪਣਾ ਜੀਵਨ ਬਤੀਤ ਕਰ ਰਹੇ ਨੇ, ਪਰ ਇਹਨਾਂ ਨੂੰ ਇਹ ਜਿਹੜੇ ਦੁੱਖ ਹੈ ਹਉਮੈ ਰੂਪੀ, ਜਾਂ ਹਉਮੈ ਦੇ ਰਾਹੀਂ ਹੋਰ ਜਿਹੜੇ ਦੁੱਖ ਹੁੰਦੇ ਨੇ, ਬੜੇ ਫਿਰ ਉਹਨਾਂ ਨੂੰ ਸਤਾਉਂਦੇ ਨੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਇੱਥੇ ਤੱਕ ਸਤਿਗੁਰ ਨੇ ਕਿਰਪਾ ਕਰਦੇ ਨੇ, ਦੱਸਦੇ ਨੇ, ਕਹਿੰਦੇ ਜਿਹੜੇ ਜਮਕਾਲ ਦਾ ਡੰਡਾ ਹੈ, ਇਹ ਵੀ ਇਹਨਾਂ ਨੂੰ ਅੰਤ ਦੇ ਉੱਤੇ, ਇਹਨਾਂ ਦੇ ਸਿਰਾਂ ਦੇ ਉੱਤੇ ਜਮਕਾਲ ਦਾ ਡੰਡਾ ਜਮਕ ਆਣ ਕੇ ਡੰਡੇ ਮਾਰਦਾ। ਫਿਰ ਇਹਨਾਂ ਨੂੰ ਆਣ ਕੇ ਇਦੂ ਚੀਜ਼ ਦਾ ਗਿਆਨ ਹੁੰਦਾ ਵੀ ਅਸੀਂ ਤਾਂ ਭਾਈ ਜੋ ਕਰਕੇ ਆਏ ਹਾਂ ਸਭ ਵਿਅਰਥ ਹੀ ਸੀ। ਮਾਰੇ ਕਹਿੰਦੇ, ਸਾਕਤ ਜਮ ਕੀ ਕਾਣ ਨ ਚੁਕੇ, ਜਮ ਕਾ ਡੰਡ ਨ ਕਬਹੂ ਮੁਕੇ, ਜਮ ਕੋ ਡੰਡ ਪਰਿਓ ਸਿਰ ਉਪਰ ਤਬ ਸੋਵਤ ਤੈ ਜਾਗਿਓ, ਕਹਾਂ ਹੋਤ ਅਬ ਕੇ ਪਛਤਾਏ ਛੂਟਨ ਨਾਹੀਂ ਭਾਗੋ। ਕਹਿੰਦੇ ਹੁਣ ਜਿੰਨਾ ਮਰਜ਼ੀ ਪਛਤਾਈ ਜਾ, ਪਰ ਤੇਰੇ ਉੱਤੇ ਜਿਸਲੇ ਜਮਾਂ ਨੇ ਤੈਨੂੰ ਆਣ ਕੇ ਫੜ ਲਿਆ, ਤੇ ਇਸ ਕਾਰਨ ਕਰਕੇ ਪਛਤਾਉਣ ਦੇ ਨਾਲ ਹੁਣ ਕੋਈ ਫਾਇਦਾ ਨਹੀਂ ਹੋਣਾ, ਤੈਨੂੰ ਜਨਮ ਮਨ ਦੇ ਚੱਕਰ ਦੇ ਵਿੱਚ ਆਉਣਾ ਹੀ ਪੈਣਾ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਬਿਨ ਗੁਰ ਸਾਚੇ ਭਰਮ ਭੁਲਾਏ, ਮਨਮੁਖ ਅੰਧੇ ਸਾਦਾ ਵਿਖ ਖਾਏ, ਜਮ ਡੰਡ ਸਹੇ ਸਦਾ ਦੁੱਖ ਪਾਏ। ਸਦਾ ਜਮਾਂ ਦੀ ਉਹਨਾਂ ਨੂੰ ਡਾਂਡ ਪੈਂਦੀ ਨੇ ਜਿਹੜੇ ਹਉਮੈ ਦੇ ਰੂਪ ਦੇ ਵਿੱਚ ਚੱਲਦੇ ਨੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਖੰਡਾ। ਕਹਿੰਦੇ ਜਿਹੜੇ ਗੁਰਮੁਖ ਬਣ ਗਏ, ਜਿਹੜੇ ਸੰਸਾਰ ਤੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਗਿਆਨ ਦੇ ਰਾਹੀਂ ਸੁਚੇਤ ਹੋ ਗਏ, ਜੀਵਨ ਦੀ ਬਾਜੀ ਨੂੰ ਜਿੱਤਣ ਦੇ ਵਾਲੇ ਮਾਰਗ ਦੇ ਉੱਤੇ ਤੁਰ ਪਏ, ਕਹਿੰਦੇ ਵੀ ਸਤਿਗੁਰ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ ਨਾਮ ਦੇ ਵਿੱਚ ਉਹ ਸਮਾ ਜਾਂਦੇ ਨੇ। ਸ਼ਬਦ ਮਰਹੋ ਤੋਂ ਜੀਵੋ ਸਦੀ, ਸ਼ਬਦ ਵਿੱਚ ਮਰ ਜਾਂਦੇ ਨੇ। ਤੇ ਗੁਰੂ ਫਿਰ ਵੱਡੀ ਕਿਰਪਾ ਕੀ ਕਰਦਾ, ਗੁਰੂ ਫਿਰ ਸਭ ਤੋਂ ਵੱਡਾ ਦੁੱਖ ਉਹਨਾਂ ਦਾ ਜਿਹੜਾ ਜਨਮ ਤੇ ਮਰਨ ਦਾ ਹੈ, ਉਹ ਖਤਮ ਕਰ ਦਿੰਦਾ, ਕੱਟ ਦਿੰਦਾ ਹੈ ਨਿਰੰਕਾਰ ਸੱਚੇ ਪਾਤਸ਼ਾਹ ਜੀ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਗੁਰਮੁਖਾਂ ਨੇ ਅਕਾਲ ਪੁਰਖ ਨਿਰੰਕਾਰ ਨੂੰ ਪਾ ਲਿਆ, ਉਹਦੇ ਵਿੱਚ ਹੀ ਜਾ ਕੇ ਲੀਨ ਹੋ ਗਏ। ਫਿਰ ਕਹਿੰਦੇ ਜਿਹੜੇ ਉਹਦੀ ਵਡਿਆਈ ਕਰ ਰਹੇ ਨੇ, ਸੰਸਾਰ ਤੇ ਸੁਚੇਤ ਹੋ ਗਏ, ਉਹਨਾਂ ਦੇ ਮੁਖ ਉਜਲੇ ਹੋ ਗਏ। ਨਿਰੰਕਾਰ ਸੱਚੇ ਪਾਤਸ਼ਾਹ ਦੇ ਸੰਸਾਰ ਦੇ ਉੱਤੇ ਵੀ ਉਹਨਾਂ ਦੀ ਸ਼ੋਭਾ ਹੁੰਦੀ, ਨਿਰੰਕਾਰ ਦੇ ਦਰ ਦੇ ਵਿੱਚ ਵੀ ਉਹਨਾਂ ਨੂੰ ਸ਼ੋਭਾ ਪ੍ਰਾਪਤ ਹੁੰਦੀ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਹੁਣ ਨਿਰੰਕਾਰ ਸੱਚੇ ਪਾਤਸ਼ਾਹ ਸਾਨੂੰ ਅਰਦਾਸ ਕਰਨ ਲਈ ਸਮਝਾਉਂਦੇ ਨੇ, ਕਹਿੰਦੇ ਦੇਖ ਜਦੋਂ ਤੂੰ ਗੁਰੂ ਦੇ ਮੂਹਰੇ ਆਵੇਂ ਨਾ, ਢਹਿ ਪਈ, ਢਹਿ ਕੇ ਫਿਰ ਇੱਕ ਅਰਦਾਸ ਕਰੀ ਕਿ ਹਮ ਗਰੀਬ ਮਸਕੀਨ, ਗਰੀਬਾਂ ਤੋਂ ਵੀ ਗਰੀਬ, ਅਤ ਦੇ ਗਰੀਬ, ਤੇ ਗਰੀਬਾਂ ਦਾ ਦਾਸ ਉਹਨੂੰ ਮਸਕੀਨ ਕਹਿੰਦੇ ਨੇ। ਕਹਿੰਦੇ ਮੈਂ ਉਹ ਹਾਂ, ਹੁਣ ਮੈਂ ਤੇਰੇ ਦਰ ਦੇ ਉੱਤੇ ਆਣ ਕੇ ਢਹਿ ਪਿਆ ਹਾਂ, ਹੁਣ ਮੇਰੇ ਉੱਤੇ ਕਿਰਪਾ ਕਰ, ਹੱਥ ਦੇ ਕੇ ਮੈਨੂੰ ਰੱਖ ਲਾ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦ ਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ, ਮੈਨੂੰ ਉਹ ਨਾਮ ਬਖਸ਼ਿਸ਼ ਦੇ ਕਰ ਦੇ
ਜੇ ਇਸ ਨਾਮ ਨੂੰ ਮੈਂ ਆਪਣਾ ਆਧਾਰ ਬਣਾ ਲਵਾਂ, ਆਸਰਾ ਬਣਾ ਲਵਾਂ, ਸਹਾਰਾ ਬਣਾ ਲਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਸ਼ਬਦ ਇਹਦੇ ਵਿੱਚ ਇਸ ਰੂਪੀ ਦੇ ਵਿੱਚ ਲਿਖੇ ਨੇ, ਕਹਿੰਦੇ ਨੇ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਨਾਥਾ ਤੇਰਾ ਮਾਣਾ। ਤੇਰੇ ਉੱਤੇ ਮਾਣ ਕਰ ਸਕਦੇ ਹਾਂ ਅਸੀਂ ਗਰੀਬ ਮਹਾਰਾਜ। ਜੋ ਜੋ ਗਰਭ ਕਰੇ ਸੋ ਜਾਏ, ਗਰੀਬ ਦਾਸ ਕੀ ਪ੍ਰਭ ਸਰਨਾਏ। ਸੁਖੀ ਬਸੇ ਮਸਕੀਨੀਆਂ ਆਪ ਨਿਵਾਰ, ਤਲੇ ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ। ਇਦਾਂ ਦੇ ਬੜੇ ਪੁਨਾ ਆਪ ਜੀ ਨੂੰ ਸ਼ਬਦ ਮਿਲ ਜਾਣਗੇ ਗੁਰਬਾਣੀ ਦੇ ਵਿੱਚੋਂ, ਗਾਹਾਂ ਉਹਨਾਂ ਦੀ ਆਪ ਦੇ ਨਾਲ ਸਾਂਝ ਪਾਵਾਂਗੇ। ਸੋ ਇਹ ਜੀਵ ਅਰਦਾਸ ਕਰਦਾ ਕਿ ਮੇਰੇ ਨਾਲੋਂ ਗਰੀਬ, ਮੇਰੇ ਨਾਲੋਂ ਮਸਕੀਨ ਕੋਈ ਨਹੀਂ, ਸਤਿਗੁਰ ਤੇਰੇ ਦਰ ਤੇ ਆ ਗਿਆ, ਹੱਥ ਦੇ ਕੇ ਰੱਖ ਲਵੋ ਜੀ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਜਨ ਨਾਨਕ, ਇਹ ਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਜਨ ਬਣ ਕੇ ਅਰਦਾਸ ਕਰਦੇ ਨੇ, ਸਾਨੂੰ ਸਿਖਾ ਰਹੇ ਨੇ। ਕਹਿੰਦੇ ਜਨ ਨਾਨਕ ਨਾਮ ਆਧਾਰ ਟੇਕਾ, ਕਹਿੰਦੇ ਨਾਮ ਦਾ ਮੈਂ ਆਸਰਾ ਬਣਾ ਲਿਆ, ਮੈਨੂੰ ਨਾਮ ਦਾ ਸਹਾਰਾ ਦੇ ਦੇ ਸਤਿਗੁਰ ਸੱਚੇ ਪਾਤਸ਼ਾਹ ਜੀ। ਹਰ ਨਾਮੇ ਹੀ ਸੁਖ ਮੰਡਾ ਹੈ। ਇਹ ਬ੍ਰਹਮੰਡ ਦੇ ਵਿੱਚ, ਇਸ ਜੀਵਨ ਕਾਲ ਦੇ ਵਿੱਚ ਨਿਰੰਕਾਰ ਤੇਰੇ ਨਾਮ ਦੇ ਨਾਲ ਹੀ ਮੈਂ ਸੁੱਖਾਂ ਵਾਲਾ ਜੀਵਨ ਬਤੀਤ ਕਰ ਸਕਦਾ ਹਾਂ। ਤੇਰੇ ਨਾਮ ਦੇ ਵਿੱਚ ਉਹ ਸੁੱਖ ਨੇ ਜਿਨ੍ਹਾਂ ਦਾ ਮੈਂ ਬਿਆਨ ਵੀ ਨਹੀਂ ਕਰ ਸਕਦਾ। ਰਾਗ ਗੌੜੀ ਪੂਰਵੀ ਮਹਲਾ ਪੰਜਵਾਂ, ਕਰੂੰ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਰਾਗ ਗੌੜੀ, ਇਹ ਵੀ ਜਿਹੜਾ ਸ਼ਬਦ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਪ੍ਰਤੱਖ ਹਰ, ਉਹਨਾਂ ਨੇ ਇਹ ਇੱਥੇ ਵੀ ਆਇਆ ਤੇ 205 ਅੰਗ ਦੇ ਉੱਤੇ ਵੀ ਆਏਗਾ। ਥੋੜਾ ਥੋੜਾ ਫਰਕ ਰੱਖਿਆ ਹੋਇਆ ਇਹਨਾਂ ਦੋਨਾਂ ਦੇ ਵਿੱਚ। ਹੁਣ ਸਤਿਗੁਰੂ ਜੀ ਕਹਿੰਦੇ ਨੇ, ਹੇ ਮੇਰੇ ਮਿੱਤਰੋ, ਹੇ ਮੇਰੇ ਦੋਸਤੋ, ਇਹ ਮੇਰੇ ਸਾਖ ਸੰਬੰਧੀਓ, ਹੇ ਮੇਰੇ ਨਗਰ ਨਿਵਾਸੀਓ, ਹੇ ਸੰਸਾਰ ਦੇ ਜੀਵੋ, ਕਦੇ ਕਰੋ ਬੇਨੰਤੀ, ਅਰਦਾਸ ਕਰੋ ਉਹਦੇ ਚਰਨਾਂ ਦੇ ਵਿੱਚ, ਉਹਦੇ ਚਰਨਾਂ ਦੇ ਵਿੱਚ ਬੈਠ ਕੇ ਬੰਦਗੀ ਕਰੋ ਤੇ ਨਾਲ ਕਹੋ, ਹੇ ਮੇਰੇ ਮਿੱਤਰ, ਮੇਰੀ ਇਹ ਅਰਦਾਸ ਨੂੰ ਸੁਣ ਲਾ। ਸੰਤ ਟਹਿਲ ਕੀ ਬੇਲਾ, ਕਹਿੰਦੇ ਹੁਣ ਸਾਡਾ ਸਾਧੂ ਸੰਤਾਂ ਦਾ ਜਿਹੜਾ ਸਮਾਂ ਹੈ, ਜਿਹੜੀ ਕਿਰਪਾ ਆਪ ਜੀ ਨੇ ਕੀਤੀ, ਇਹ ਆਰਾਮ ਕਰਨ ਦਾ ਸਾਡਾ ਸਮਾਂ ਹੋ ਗਿਆ ਹੈ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਹੁਣ ਕਰਦੇ ਕੀ, ਟਹਿਲ ਕਿਹੜੀ ਕਮਾਉਂਦੇ ਨੇ ਜਿਹੜੇ ਸੰਤ ਨੇ? ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਏ ਨਾਮ। ਇਤ ਤਨ ਲਾਗੇ ਬਾਣੀਆਂ, ਸੁਖ ਹੋਵੇ ਸੇਵਕ ਮਾਣੀਆਂ। ਸਭ ਦੁਨੀਆ ਆਵਣ ਜਾਣੀਆਂ, ਵਿੱਚ ਦੁਨੀਆ ਸੇਵਕ ਮਾਈਏ। ਤਾਂ ਦਰਗਾਹ ਬੈਸਨ ਪਾਈਏ, ਕੋਹ ਨਾਨਕ ਬਾਹ ਲੁਡਾਈਏ। ਕਹਿੰਦੇ ਉਹ ਵੀ ਹੁਣ ਸੰਤਾਂ ਦੀ ਇੱਥੇ ਦੂਸਰਾ ਇੱਕ ਪਲ ਹੋ ਜਾਂਦਾ ਵੀ ਨਿਰੰਕਾਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੀਵ ਕਰੇ ਕਿ ਮੈਨੂੰ ਕਿਰਪਾ ਕਰਕੇ ਉਹ ਸਮਾਂ ਬਖਸ਼ਿਸ਼ ਕਰੋ ਕਿ ਮੈਂ ਤੇਰੇ ਬਖਸ਼ਿਆਂ ਦੀ ਟਹਿਲ ਸੇਵਾ ਕਰ ਸਕਾਂ। ਇਹਾਂ ਖਾਟ ਚਲੂੰ ਹਰ ਲਾਹਾ, ਆਗੇ ਬਸਨ ਸੁਹੇਲਾ। ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਇਸ ਜਨਮ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ, ਜੇ ਮੈਂ ਇਹ ਸੇਵਾ ਕਮਾ ਕੇ ਜਾਵਾਂ, ਇਸ ਸੰਸਾਰ ਤੇ ਹਰੀ ਦੇ ਬਖਸ਼ਿਆਂ ਦੀ ਸੇਵਾ ਕਰਕੇ ਜਾਵਾਂ, ਨਿਰੰਕਾਰ ਉਹ ਸੇਵਾ ਤੇਰੇ ਦਰਗਾਹ ਦੇ ਉੱਤੇ ਪ੍ਰਵਾਨ ਹੋ ਜਾਂਦੀ ਹੈ ਤੇ ਫਿਰ ਮੈਨੂੰ ਵੀ ਮੇਰਾ ਜੀਵਨ ਸੁਹੇਲਾ ਜਿਹੜਾ ਹੈ, ਲਾਭਦਾਇਕ, ਆਨੰਦ ਵਾਲਾ, ਸੁਖੀ ਹੋਏਗਾ। ਸੁਹੇਲਾ ਜਿਹਦੇ ਵਿੱਚ ਦੁੱਖ ਕੋਈ ਨਹੀਂ। ਹੁਣ ਦੇਖੋ, ਇਹ ਸੁਹੇਲਾ ਅਸੀਂ ਜੀਵਨ ਜਦੋਂ ਬਣਾਉਨੇ ਆ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿੰਦੇ ਤੂੰ ਮੌਤ ਵੀ ਸੁਹੇਲੀ ਕਰ ਸਕਦਾ। ਜੇ ਜੀਵਨ ਨੂੰ ਸੁਹੇਲਾ ਤੂੰ ਬਤੀਤ ਕਰਨਾ ਚਾਹੁੰਦਾ ਤਾਂ ਇੱਕ ਕੰਮ ਕਰ, ਜੇ ਮੌਤ ਨੂੰ ਸੁਹੇਲੀ ਕਰਨੀ ਚਾਹੁੰਦਾ ਤਾਂ ਦੂਜਾ ਕੰਮ ਕਰ। ਤੇ ਮਹਾਰਾਜ ਕਹਿੰਦੇ ਨੇ, ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ। ਪਹਿਲਾਂ ਤਾਂ ਆ ਗੁਰੂ ਦੀ ਮਰਿਆਦਾ ਦੇ ਵਿੱਚ ਲਿਖਾ ਆਪਣਾ ਨਾਮ ਉਹਦੇ ਰਜਿਸਟਰ ਦੇ ਵਿੱਚ, ਕਹਿ ਗੁਰੂ ਕਲਗੀਧਰ ਪਾਤਸ਼ਾਹ ਤੂੰ ਮੇਰਾ ਪਿਤਾ ਹੈ, ਕਹਿ ਮਾਤਾ ਸਾਹਿਬ ਦੇਵਾਨ ਕੌਰ ਜੀ ਨੂੰ ਤੂੰ ਮੇਰੀ ਮਾਤਾ, ਤੁਸੀਂ ਮੇਰੇ ਰਖਵਾਲੇ ਹੋ ਤੇ ਮੈਂ ਆਨੰਦਪੁਰ ਦਾ ਵਾਸੀ। ਜੇ ਹਿੰਮਤ ਹੈ ਤੇ ਜਾ ਆ ਗੁਰੂ ਦੇ ਚਰਨਾਂ ਵਿੱਚ ਚੜ੍ਹ ਕੇ ਡਿੱਗ ਪਾ, ਅੰਮ੍ਰਿਤ ਛਕ ਲਾ, ਤਾਂ ਤੇਰਾ ਜਿਹੜਾ ਜੀਵਨ ਸੁਹੇਲਾ ਹੋ ਜਾਏਗਾ। ਤੇ ਉਥੋਂ ਵੀ ਜਿਹੜਾ ਤੈਨੂੰ ਨਾਮ ਬਖਸ਼ਿਸ਼ ਹੋਏਗਾ ਪੰਜਾਂ ਵੱਲੋਂ, ਉਹ ਨਾਮ ਦੀ ਜਦੋਂ ਤੂੰ ਆਰਾਧਨਾ ਕਰੇਗਾ, ਨਾਮ ਨੂੰ ਹਿਰਦੇ ਦੇ ਵਿੱਚ ਵਸਾਵੇਂਗਾ, ਨਾਮ ਰੂਪੀ ਅੰਮ੍ਰਿਤ ਪੀਵੇਂਗਾ, ਉਹ ਵੀ ਤੇਰਾ ਜਿਹੜਾ ਇੱਥੇ ਦਾ ਜਿਹੜਾ ਸਵਾਸ ਤੇਰਾ ਉਹ ਸੁਹੇਲਾ ਹੋ ਜਾਏਗਾ। ਤਾਂ ਮੌਤ ਕਿੱਦਾਂ ਸੁਹੇਲੀ ਹੋਏਗਾ? ਤਾਂ ਮਹਾਰਾਜ ਨੇ ਬਾਣੀ ਦੇ ਵਿੱਚ ਬਚਨ ਆਉਂਦਾ, ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮੰਨਣਾ ਹੋਏ। ਕਹਿੰਦੇ ਬੜੀ ਮੌਤ ਤਾਂ ਵੀ ਭਿਆਨ, ਡਰ ਨਹੀਂ ਲੱਗੂਗਾ ਤੈਨੂੰ, ਉਹ ਵੀ ਬੜੀ ਮਿੱਠੀ ਹੋ ਜਾਏਗੀ ਜਿਸ ਵੇਲੇ ਤੂੰ ਉਹ ਅਕਾਲ ਪੁਰਖ ਦਾ ਆਪ ਬਣ ਗਿਆ। ਤਾਂ ਮਹਾਰਾਜ ਇੱਥੇ ਕਿਰਪਾ ਕਰਦੇ ਨੇ ਤੈਨੂੰ
ਕਿ ਜੇ ਤੂੰ ਸੰਸਾਰ ਦੇ ਉੱਤੇ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਨਾਮ ਦਾ ਲਾਹਾ ਖੱਟ ਲਿਆ, ਤੇਰਾ ਜੀਵਨ ਸੁਹੇਲਾ ਬਣ ਗਿਆ। ਔਧ ਘਟੇ ਦਿਨ ਸਰੇ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਔਧ ਕਹਿੰਦੇ ਨੇ ਉਮਰ ਨੂੰ, ਤੇਰੇ ਸਵਾਸਾਂ ਦੀ ਪੂੰਜੀ ਘਟੀ ਜਾ ਰਹੀ ਹੈ, ਦਿਨ ਰਾਤ ਘਟੀ ਜਾ ਰਹੀ ਹੈ। ਮਹਾਰਾਜ ਤਾਂ ਹੀ ਕਹਿੰਦੇ ਨੇ ਤੇ ਦਿਨ ਤੇ ਪਹਿਰ, ਪਹਿਰ ਤੇ ਕਰੀਆਂ ਆਪ ਕੜੇ ਤਨ ਸੀਜੈ, ਕਾਲ ਇਹਰੀ ਫਿਰੇ ਬਦਕ ਜੋ ਕਹੋ ਕਵਣ ਬਿਦ ਕੀਜੈ। ਸੋ ਦਿਨੇ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬੰਦਪ ਕਹੋ ਕੂ ਹੈ ਕਾਕਾ। ਕਹਿੰਦੇ ਵੀ ਜਬ ਲਗ ਜੋਤ ਕਾਇਆ ਮੈਂ ਵਰਤੇ, ਆਪਾ ਕਛੂ ਨਾ ਬੂਝੇ। ਲਾਲਚ ਕਰੇ ਪਸ਼ੂ ਲਾਲਚ ਕਰੇ ਆਪਾ ਕਛੂ ਨਾ ਬੂਝੇ, ਲਾਲਚ ਕਰੇ ਜੀਵਨ ਪਦ ਕਾਰਨ, ਆਪਾ ਪਸ਼ੂ ਨਾ ਸੂਝੇ। ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸਰਨਾ। ਕਹਿੰਦੇ ਇਹ ਕਾਲ ਨੂੰ ਜੇ ਤੂੰ ਆਪਣੇ ਸਿਰ ਤੋਂ ਵੱਧ ਤੂੰ ਹਟਾਉਣਾ ਤਾਂ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਇੱਕ ਨਾਮ ਦੇ ਨਾਲ ਜੁੜ ਜਾ। ਛਿਨ ਛਿਨ ਔਧ ਘਟੇ ਨਿਸਬਾਸਿਰ ਬਿਰਥਾ, ਜਾਤ ਹੈ ਦੇਹ, ਕਹਿੰਦੇ ਬਿਰਥੀ ਜਾਤ ਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਵੀ ਕਰਦੇ ਨੇ, ਕਹਿੰਦੇ ਕਿਰਪਾ ਕਰਦੇ ਨੇ, ਕਹਿੰਦੇ ਚੇਤਨਾ ਹੈ ਤੇ ਚੇਤ ਲੈ ਨਿਸ ਦਿਨ ਪ੍ਰਾਨੀ, ਛਿਨ ਛਿਨ ਔਧ ਵਿਹਾਤਾ ਫੂਟੇ ਘਟ ਜਿਉ ਪ੍ਰਾਨੀ। ਛਿਨ ਛਿਨ ਸਕਿੰਟ ਸਕਿੰਟ ਜਿਹੜਾ ਸਮਾਂ ਇੱਕ ਵਾਰੀ ਨਿਕਲ ਗਿਆ ਨਾ ਉਹ ਵਾਪਸ ਨਹੀਂ ਆਉਂਦਾ। ਛਿਨ ਛਿਨ ਤਨ ਸੀਜੇ ਜਰਾ ਜਨਾਵੇ, ਤਬ ਤੇਰੀ ਉਹ ਕੋਈ ਪਨਿਓ ਨਾ ਪਾਵੇ। ਨਾਨਕ ਜਨ ਕਹਿਤ ਬਾਤ ਬਿਨਸ, ਜਾਹੇ ਤੇਰੋ ਗਾਤ, ਛਿਨ ਛਿਨ ਕਰ ਗਾਇਓ ਗਇਓ ਕਾਲ, ਤਿਸ ਜਾਤ ਆਜ ਹੈ। ਕਹਿੰਦੇ ਤੇਰਾ ਜੋਬਨ ਘਟਦਾ ਜਾ ਰਿਹਾ, ਘਟਦਾ ਜਾ ਰਿਹਾ। ਕੁਛ ਇਸ ਦੇ ਵਿੱਚ ਕਮਾਈ ਕਰ ਲਾ, ਕੁਛ ਨਾਮ ਧਨ ਸੇਵਾ ਦਾ ਧਨ ਇਕੱਠਾ ਕਰਕੇ ਲੈ ਜਾ, ਤੇਰੀ ਉਮਰ ਘਟੀ ਜਾ ਰਹੀ ਹੈ। ਰਹਾਉ ਇਹੋ ਸੰਸਾਰ ਬਿਕਾਰ, ਸੰਸੇ ਮਹਿ ਤਰਿਓ ਬ੍ਰਹਮ ਗਿਆਨੀ। ਇਹ ਤਾਂ ਅਗ ਦਾ ਭਰਿਆ, ਵਿਕਾਰਾਂ ਦਾ ਭਰਿਆ, ਮਾਇਆ ਦੇ ਜਲ ਛਲ ਦਾ ਭਰਿਆ ਹੋਇਆ ਸੰਸਾਰ ਹੈ। ਜੇ ਇਸ ਸੰਸਾਰ ਦੇ ਵਿੱਚ ਤੂੰ ਮਾਇਆ ਦੇ ਚਿੱਕੜ ਦੇ ਵਿੱਚ ਖੁੱਭਿਆ ਹੋਇਆ ਹੈ, ਕਹਿੰਦੇ ਤੂੰ ਕੋਈ ਕੰਮ ਕਰ ਲਾ, ਐਸਾ ਕੰਮ ਕਰ ਲਾ ਕਿ ਤੂੰ ਬ੍ਰਹਮ ਗਿਆਨੀ ਬਣ ਕੇ ਇਤੋਂ ਆਪਣਾ ਜੀਵਨ ਸਫਲ ਕਰਕੇ ਚਲੇ ਜਾਵੇਂ। ਬ੍ਰਹਮ ਗਿਆਨੀ ਦੇ ਰੂਪ ਦੋ ਨੇ ਗੁਰੂ ਕੇ ਪਿਆਰਿਓ। ਸਭ ਤੋਂ ਪਹਿਲਾਂ ਤਾਂ ਬ੍ਰਹਮ ਗਿਆਨੀ ਉਸ ਵੇਲੇ ਮੰਨਣਾ ਪੈਂਦਾ ਆਪਾਂ ਨੂੰ ਜਦੋਂ ਆਪਾਂ ਬ੍ਰਹਮ ਦਾ ਗਿਆਨ ਹੀ ਪਹਿਲਾਂ ਹੀ ਪ੍ਰਾਪਤ ਕਰਦੇ। ਜੇ ਸਾਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਨਾ ਹੋਏਗਾ ਨਾ ਤੇ ਫਿਰ ਆਪਾਂ ਇਹ ਰਾਹ ਦੇ ਉੱਤੇ ਤੁਰਾਂਗੇ ਨਹੀਂ। ਹੁਣ ਇੱਥੇ ਮਹਾਰਾਜ ਨੇ ਪਹਿਲੇ ਬ੍ਰਹਮ ਗਿਆਨ ਦੀ ਗੱਲ ਕੀਤੀ ਹੈ। ਬ੍ਰਹਮ ਦਾ ਗਿਆਨ ਲੈ ਲੈ, ਬ੍ਰਹਮ ਦਾ ਗਿਆਨ ਲੈ ਕੇ ਉਹਦੇ ਮਾਰਗ ਦੇ ਉੱਤੇ ਤੁਰ ਪਾ। ਤੇ ਫਿਰ ਦੂਸਰਾ ਇੱਕ ਬ੍ਰਹਮ ਗਿਆਨੀ ਬਾਰੇ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਕਿਰਪਾ ਕਰਦੇ ਨੇ, ਕਹਿੰਦੇ ਨੇ ਬ੍ਰਹਮ ਗਿਆਨੀ ਸਦ ਜੀਵੈ ਨਹਿ ਮਰਤਾ। ਬ੍ਰਹਮ ਗਿਆਨੀ ਪਰਮੇਸ਼ਰ ਆਪ, ਬ੍ਰਹਮ ਗਿਆਨੀ ਇੱਕ ਗਤ ਬ੍ਰਹਮ ਗਿਆਨੀ ਜਿਹਨੇ ਬੜਾ ਸਭ ਕੁਝ ਮਹਾਰਾਜ ਲਿਖਿਆ। ਹੁਣ ਜੇ ਮਹਾਰਾਜ ਇਹ ਕਹਿੰਦੇ ਵੀ ਬ੍ਰਹਮ ਗਿਆਨੀ ਪਰਮੇਸ਼ਰ ਆਪ, ਉਹ ਬ੍ਰਹਮ ਗਿਆਨੀ ਜਿਹੜਾ ਹੈ ਉਹ ਜਦੋਂ ਬੰਦਗੀ ਕਰ ਕਰਕੇ ਜੀਵਨ ਦੀ ਬਾਜੀ ਜਿੱਤ ਕੇ ਸੰਸਾਰ ਦੇ ਉੱਤੇ ਤੇ ਸੰਸਾਰ ਦੇ ਉੱਤੇ ਰਹਿੰਦਾ ਰਹਿੰਦਾ ਹੀ ਮੁਕਤੀ ਪਾ ਲਵੇ। ਕਹਿੰਦੇ ਮੂਏ ਹੋਏ ਜੋ ਮੁਕਤ ਦੇਗੋ, ਮੁਕਤ ਨਾ ਜਾਣੇ ਕੋਇਲਾ ਨਿਰੰਕਾਰ। ਜੇ ਮਰਨ ਤੋਂ ਬਾਅਦ ਮੁਕਤੀ ਦੇਣੀ, ਤੇਰੀ ਮੁਕਤੀ ਨੂੰ ਕਿਸੇ ਨੇ ਜਾਣਨਾ। ਤੇ ਇਸ ਜੀਵਨ ਨੂੰ ਚਾਹੀਦਾ ਹੈ ਤੇ ਇੱਥੇ ਬੰਦਗੀ ਕਰੇ, ਇੱਥੇ ਬੈਠ ਕੇ ਨਿਰੰਕਾਰ ਦੇ ਚਰਨਾਂ ਦੇ ਵਿੱਚ ਦਿਨ ਰਾਤ ਇੱਕ ਕਰੇ, ਇੱਥੇ ਮੁਕਤੀ ਦੇ ਦਰ ਨੂੰ ਹਾਸਲ ਕਰੇ, ਫਿਰ ਇਹ ਜੀਵਨ ਦੀ ਬਾਜੀ ਨੂੰ ਆਪਾਂ ਜਿੱਤ ਸਕਦੇ ਹਾਂ। ਤਾਂ ਹੀ ਸਤਿਗੁਰ ਸੱਚੇ ਬਖਾਨੇ ਹੁੰਦੇ ਕਹਿੰਦੇ ਨੇ ਇਹ ਤਾਂ ਸੰਸਾਰ ਵਿਕਾਰ ਹੈ, ਜਿਹਦੇ ਸੰਸਾਰ ਦੇ ਮੋਹ ਮਾਇਆ ਦੇ ਵਿੱਚ ਤੂੰ ਫਸਿਆ ਹੋਇਆ ਹੈ। ਜਿਸ ਹੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਿਹਦੇ ਉੱਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਤੇ ਉਹਨੂੰ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਹੋ ਜਾਣਾ। ਗੱਲਾਂ ਤਾਂ ਬਹੁਤ ਕਰਦੇ ਨੇ, ਗੱਲੀ ਕਿਨੇ ਨਾ ਪਾਇਆ, ਕੋਈ ਗੱਲਾਂ ਦੇ ਨਾਲ ਨਹੀਂ ਪਾਇਆ ਜਾਣਾ। ਉਹ ਨਾ ਅਮੀਰੀ ਦੇ ਨਾਲ ਦੁਕਾਨਿਆਂ ਤੋਂ ਖਰੀਦਿਆ ਜਾਣਾ। ਇਹ ਤਾਂ ਕਥਨ ਕਮਾਈ ਕਰਨੀ ਪੈਣੀ ਆ। ਇਹ ਤਾਂ ਐਡੀ ਕਮਾਈ ਮੁਸ਼ਕਿਲ ਆ ਜਿਹੜੀ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ। ਜਿੰਨਾ ਚਿਰ ਤੁਸੀਂ ਕਰਨੀ ਆਰੰਭ ਨਾ ਕਰੋਗੇ ਪਹਿਲਾਂ ਹੀ ਮੁਸ਼ਕਿਲ ਲੱਗੂਗੀ। ਫੇਰ ਤਾਂ ਪਿਆਰਿਓ ਨਿਰੰਕਾਰ ਆਪ ਹੀ ਬਾਹ ਫੜ ਕੇ ਤੁਹਾਨੂੰ ਅੰਮ੍ਰਿਤ ਵੇਲੇ ਜਾਂ ਸਵਾ ਪੈਰ ਤੇ ਜਗਾ ਕੇ ਕਹਿੰਦਾ ਉੱਠ ਉੱਠ ਪਾ, ਕਰ ਲਾ ਜਿੰਨਾ ਮਰਜ਼ੀ ਤੂੰ ਨਾਮ ਦਾ ਧਨ ਇਕੱਠਾ। ਇਹ ਨਾਮ ਧਨ ਦੇ ਨਾਲ ਤੈਨੂੰ ਚਰਨਾਂ ਦੇ ਵਿੱਚ ਨਿਵਾਸ ਹੋਣਾ। ਕਹਿੰਦੇ ਵੀ ਜਿਹਨੂੰ ਜਗਾ ਦਿੰਦਾ, ਜਿਹਦੇ ਉੱਤੇ ਕਿਰਪਾ ਕਰ, ਕਿਰਪਾ ਹਰ ਇੱਕ ਦੇ ਉੱਤੇ ਕਰਦਾ। ਮੈਂ ਅੱਗੇ ਵੀ ਇੱਕ ਵਾਰੀ ਗੱਲ ਇਹ ਕੀਤੀ ਸੀ, ਇੱਕ ਵਾਰੀ ਧਿਆਨ ਨਾਲ ਦੇਖਿਓ ਸੀ, ਜਦੋਂ ਅੰਮ੍ਰਿਤ ਵੇਲਾ ਹੁੰਦਾ ਨਾ, ਸਤਿਗੁਰ ਸੱਚੇ ਪਾਤਸ਼ਾਹ ਕਿਸੇ ਨਾ ਕਿਸੇ ਖੇਡ ਦੇ ਵਿੱਚ ਹਰ ਜੀਵ ਨੂੰ ਉਠਾਉਂਦੇ ਨੇ। ਪਸ਼ੂਆਂ ਨੂੰ ਤਾਂ ਪਤਾ ਹੀ ਹੁੰਦਾ, ਉਹ ਤਾਂ ਵਿਚਾਰੇ ਮੁੜ ਕੇ ਸੌਂਦੇ ਨਹੀਂ, ਪਰ ਅਸੀਂ ਹਾਂ ਜਿਹੜੇ ਜੁੱਲੀ ਨੂੰ ਘੁੱਟ ਕੇ ਥੱਲੇ ਕਰ ਲੈਂਦੇ ਹਾਂ, ਫਿਰ ਅਸੀਂ ਸੌਂ ਜਾਂਦੇ ਭਾਈ।
ਗੁਰੂ ਤਾਂ ਆਪਣੀ ਰਹਿਮਤ ਕਰਦਾ ਹੀ ਆ, ਪਰ ਅਸੀਂ ਉਹ ਰਹਿਮਤ ਨੂੰ ਸਮਝਦੇ ਨਹੀਂ। ਦੇਖ ਲਿਓ ਕਿੰਨਿਆਂ ਕੁ ਨਾਲ ਹੁੰਦਾ। ਕੋਈ ਭਾਗਾਂ ਵਾਲਾ ਹੀ ਆ ਜਿਹੜੇ ਜਾ ਕੇ ਉੱਠ ਕੇ ਕਹਿੰਦਾ ਵਾਹ ਗੁਰੂ, ਛੋਟੀ ਮੌਤ ਤੋਂ ਬਾਅਦ ਅੱਜ ਫੇਰ ਸੋਹਣਾ ਦਿਨ ਚੜਿਆ ਹੈ, ਮੈਨੂੰ ਮੇਰੇ ਤੇ ਕਿਰਪਾ ਕੀਤੀ। ਮੈਂ ਇਹ ਛੋਟੀ ਮੌਤ ਦੇ ਵਿੱਚ ਜਾ ਕੇ ਤੇਰੇ ਜਪਜੀ ਸਾਹਿਬ ਦੇ ਨਾਲ ਜੁੜਨ ਵਾਸਤੇ ਤਾਂ ਮੈਨੂੰ ਸਤਿਗੁਰ ਸਮਾਂ ਬਖਸ਼ਿਸ਼ ਕੀਤਾ ਹੈ। ਰੋਮ ਰੋਮ ਕਰਕੇ ਮੈਂ ਤੇਰੇ ਤੋਂ ਬਲਿਹਾਰ ਬਲਿਹਾਰ ਜਾਵਾਂ। ਕਹਿੰਦੇ ਜਿਨ੍ਹਾਂ ਨੂੰ ਉਹ ਜਗਾ ਦਿੰਦਾ ਉਹ ਅਕਥ ਦਾ ਰਸ ਤੇ ਅਕਥ ਦੀ ਕਥਾ, ਉਹਨਾਂ ਨੂੰ ਉਹਦਾ ਗਿਆਨ ਹੋ ਜਾਂਦਾ। ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਜਾ ਕੋ ਆਏ ਸੋਈ ਬਿਹਾਜਾ ਹੋ, ਹਰ ਗੁਰ ਤੇ ਮਨੇ ਬਸੇਰਾ। ਉਹ ਸੰਸਾਰ ਦੇ ਜੀਵ ਉਹ ਭਲਿਆ ਪੁਰਖਾ ਜਾਂ ਕੋ ਆਏ, ਜਿਹਦੇ ਕੋਲੋਂ ਤੂੰ ਆਇਆ ਹੈ ਸਵਾਸਾਂ ਦੀ ਪੂੰਜੀ ਲਿਖਾ ਕੇ। ਪਤਾ ਨਹੀਂ ਕਿੰਨੇ ਕੁ ਸਵਾਸ ਨੇ, 2-4 ਹਜ਼ਾਰ। ਤੇਰੀ ਆਰ ਜਬ ਦਾ ਵੀ ਕਿਸੇ ਨੂੰ ਪਤਾ ਨਹੀਂ, ਉਹਨੂੰ ਲਿਖਣ ਹਾਰੇ ਨੂੰ ਦੇਣ ਹਾਰੇ ਨੂੰ ਸਿਰ ਪਤਾ। ਕਹਿੰਦੇ ਵੀ ਉਹ ਜਿਹੜੀ ਤੂੰ ਪੂੰਜੀ ਲਿਖਾ ਕੇ ਉੱਥੇ ਆਇਆ ਹਾਂ, ਉਹਦੇ ਨਾਲ ਤੂੰ ਸੰਸਾਰ ਦੇ ਉੱਤੇ ਹਰ ਇੱਕ ਚੀਜ਼ ਖੇਡ ਕਰ ਰਿਹਾ। ਕਹਿੰਦਾ ਉਸ ਅਕਾਲ ਪੁਰਖ ਨੂੰ ਕਿਉਂ ਤੂੰ ਮਨੋਂ ਵਿਸਾਰ ਕੇ ਬੈਠਾ? ਕਾਹਤੇ ਉਹਨੂੰ ਤੂੰ ਵਿਸਾਰ ਕੇ ਬੈਠਾ ਭਾਈ? ਕੀ ਜ਼ਰੂਰਤ ਹੈ ਤੈਨੂੰ ਉਹ ਨਿਰੰਕਾਰ ਨੂੰ ਵਿਸਾਰ ਦੀ? ਕਿਉਂ ਨਹੀਂ ਉਹਦੇ ਸ਼ੁਕਰਾਨੇ ਦੇ ਵਿੱਚ, ਉਹਦੇ ਸ਼ੁਕਰਾਨੇ ਵਿੱਚ ਉਹਦੀ ਬੰਦਗੀ ਦੇ ਵਿੱਚ ਉੱਠਦਾ? ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਦੁਲਭ ਜਨਮ ਚਿਰੰਕਾਲ ਪਾਇਓ, ਜਾ ਤੋ ਕੌਡੀ ਬਦਲਾਹਾ, ਕਾ ਤੂਰੀ ਕੋ ਗਾ ਕਾਇਓ, ਲਾਦਿਓ ਕਾਲਰ ਬਿਰਖ ਜਿਵਾਹਾ, ਆਇਓ ਲਾਭ ਲਬਨ ਕਹਿਤਾਈ, ਮੋਹਨ ਠਗਾਉਰੀ ਸਿਉ ਉਜਲ ਪਾਹਾ, ਕਾਜ ਬਾਦਰੇ ਲਾਲ ਖੋਈ ਹੈ, ਫਿਰ ਇਹ ਅਵਸਰ ਕਦ ਰਹਾ। ਕਹਿੰਦੇ ਇਹ ਜੀਵਨ ਤੇਰਾ ਜਿਹੜਾ ਹੀਰੇ ਵਰਗਾ ਜੀਵਨ, ਇਹਨੂੰ ਕੱਚ ਦੇ ਭਾਅ ਵਿੱਚ ਹੀ ਜਾਣ ਡਿਆ, ਗਵਾਈ ਜਾਣ ਡਿਆ ਆ, ਗਵਾਈ ਜਾ ਰਿਹਾ ਹੈ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਅਭਿਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਬ ਸੰਤੇ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਨਿਰੰਕਾਰ ਕਹਿੰਦੇ ਨੇ ਵੀ ਉਹ ਸਮੇਂ ਨੂੰ ਸੰਭਾਲ ਆਪਣੇ ਨੂੰ। ਨਿਜ ਕਰ ਮਹਿਲ ਪਾਵੋ ਸੁਖ ਸਹਜੇ, ਬਹੁਰ ਨਾ ਹੋਏ ਗੋ ਫੇਰਾ। ਤੈਨੂੰ ਜਿੱਦਣ ਤੈਨੂੰ ਨਿਜ ਘਰ ਦੀ ਪ੍ਰਾਪਤ ਹੋ ਗਈ, ਰਜੋ ਗੁਣ ਤਮੋ ਗੁਣ ਸਤੋ ਗੁਣ ਤੋਂ ਬਾਅਦ ਨਿਜ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ। ਹੁਣ ਕਈ ਕਹਿੰਦੇ ਨੇ ਵੀ ਅਸੀਂ ਨਿਜ ਘਰ ਦੇ ਵਿੱਚ ਜਾਂਦੇ ਵੀ ਹਾਂ ਤੇ ਆ ਵੀ ਜਾਂਦੇ ਹਾਂ। ਮੈਨੂੰ ਇੱਕ ਵਾਰੀ ਮੈਂ ਕਿ ਇਹ ਸੋਚਦਾ ਰਹਿਣਾ ਹੁੰਦਾ ਵੀ ਜਿਹਨੂੰ ਨਿਜ ਘਰ ਦੀ ਪ੍ਰਾਪਤੀ ਹੋ ਗਈ, ਉਹਨੇ ਫਿਰ ਰਜੋ ਗੁਣ ਤਮੋ ਗੁਣ ਸਤੋ ਗੁਣ ਵਿੱਚ ਜਾਣ ਕੇ ਕੀ ਲੈਣਾ ਇੱਥੇ? ਉਹ ਤਾਂ ਸਦਾ ਉਹਦਾ ਉੱਥੇ ਵਾਸਾ ਹੋ ਜਾਂਦਾ। ਤੇ ਮਹਾਰਾਜ ਵੀ ਇਹੀ ਕਹਿੰਦੇ ਨੇ ਇੱਥੇ ਕਿ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਕਹਿੰਦੇ ਵੀ ਉਹ ਨਿਜ ਘਰ ਦੇ ਵਿੱਚ ਤੈਨੂੰ ਅਡੋਲਤਾ ਵਾਲਾ ਜੀਵਨ, ਅਡੋਲਤਾ ਵਾਲਾ ਸੁੱਖ ਤੈਨੂੰ ਮਿਲ ਜਾਏਗਾ। ਗੌਰ ਤੇਰਾ ਸੰਸਾਰ ਦੇ ਉੱਤੇ ਆਉਣਾ ਜਾਣਾ ਨਿਰੰਕਾਰ ਜੀ ਖਤਮ ਕਰ ਦਿੰਦੇ ਨੇ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਦਾ ਮਨ ਕੀ ਪੂਰੇ। ਜੀਵ ਅਰਦਾਸ ਕਰਦਾ ਵੇ ਅੰਤ ਦੇ ਸਮੇਂ ਦੇ ਉੱਤੇ, ਇਹ ਤੋਂ ਬਾਅਦ ਨਰਾਤਰੀ ਦੇ ਵਿੱਚ ਸੌਣ ਲਈ ਉਹ ਤਿਆਰ ਹੋ ਜਾਂਦਾ। ਕਹਿੰਦਾ ਅੰਤਰਜਾਮੀ ਹੈ ਘਟ ਘਟ ਦੇ ਜਾਣਨ ਹਾਰ ਪ੍ਰਭੂ, ਘਟ ਘਟ ਕੇ ਅੰਤਰ ਕੇ ਜਾਣਤ ਭਲੇ ਪੁਰੇ ਕੀ ਪਛਾਣਤ ਵਾਲੇ ਦਾਤਾ। ਮੇਰੀ ਇੱਕ ਬੇਨਤੀ ਹੈ ਤੇਰੇ ਚਰਨਾਂ ਦੇ ਵਿੱਚ, ਮੇਰੀ ਇੱਕ ਅਰਜ਼ੋਈ ਹੈ, ਮੇਰੀ ਅਰਦਾਸ ਹੈ, ਕਿਰਪਾ ਕਰਕੇ ਉਸ ਨੂੰ ਮੰਨ ਲੈ ਤੇ ਮੇਰੀ ਇਹ ਜਿਹੜੀ ਤਮੰਨਾ ਹੈ, ਇਹ ਮੇਰੀ ਜਿਹੜੀ ਆਸਾ ਹੈ, ਇਸ ਨੂੰ ਪੂਰੀ ਕਰ ਦੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਨਾਨਕ ਦਾਸ ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਦਾਸ ਇੱਕੋ ਹੀ ਤੇਰੇ ਕੋਲੋਂ ਵਸਤੂ ਮੰਗਦਾ, ਮੈਨੂੰ ਇਹ ਸੁੱਖ ਦੇ ਦੇ। ਕਿਹੜਾ? ਕਿ ਮੈਨੂੰ ਤੇਰੇ ਬਖਸ਼ਿਆ ਹੋਇਆਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋ ਜਾਵੇ। ਅੰਤਰਜਾਮੀ ਸੋ ਪ੍ਰਭ ਪੂਰਾ, ਦਾਨ ਦੇ ਸਾਧੂ ਕੀ ਤੂਰਾ। ਨਿਰੰਕਾਰ ਕਹਿੰਦੇ ਨੇ ਖਾਕ ਸੰਤਨ ਕੀ ਦੇਹੋ ਪਿਆਰੇ। ਇਹ ਸਾਡੀਆਂ ਅਰਦਾਸਾਂ ਨੇ। ਆਇਆ ਪਿਆ ਹਰ ਤੇਰੇ ਦੁਆਰੇ, ਨਿਰੰਕਾਰ ਮੈਂ ਤੇਰੇ ਚਰਨਾਂ ਦੇ ਉੱਤੇ ਆਣ ਕੇ ਡਿੱਗ ਪਿਆ ਹਾਂ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾਂ ਕੀ ਬਾਛੋਂ ਧੂਰ। ਜੋ ਗੁਰਮੁਖ ਨਾਮ ਧਿਆਇਂਦੇ, ਤਿਨ ਦਰਸ਼ਨ ਦੀਜੇ। ਹਮ ਤਿਨਕੇ ਚਰਨ ਪਖਾਲਦੇ, ਧੂੜ ਘੋਲ ਘੋਲ ਪੀਜੇ। ਇਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਸੋਲਾ ਸਾਹਿਬ ਜੀ ਦੀ ਬਾਣੀ ਦੇ ਕੋਸ਼ਿਸ਼ ਕੀਤੀ ਨਿਰੰਕਾਰ ਦੇ ਚਰਨਾਂ 'ਚ ਅਰਦਾਸ ਕਰਕੇ ਦੋਨਾਂ ਜਣਿਆਂ ਨੇ ਕਿ ਅਸੀਂ ਅੱਛੀ ਤੇ ਸੱਚੀ ਆਪ ਜੀ ਦੀ ਸੇਵਾ ਕਰ ਸਕੀਏ। ਔਰ ਇਹਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਗੁਰੂ ਕੀ ਸੰਗਤ ਨਿਰੰਕਾਰ ਤਾਂ ਸਦਾ ਹੀ ਬਖਸ਼ਾਂਦਾ। ਅਸੀਂ ਵੀ ਇਹੀ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲੋਂ ਮੰਗੀਏ ਕਿ ਸਾਨੂੰ ਵੀ ਤੇਰੇ
ਪਿਆਰਿਆਂ ਦੀ ਚਰਨਾਂ ਦੀ ਧੂੜ ਮਿਲ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਧੂੜ ਅਸੀਂ ਮਸਤਕ ਨੂੰ ਲਾ ਕੇ ਆਪਣਾ ਜੀਵਨ ਸਫਲ ਕਰਕੇ ਇਦੂ ਸੰਸਾਰ ਤੋਂ ਕੁਝ ਖੱਟ ਕੇ ਜਾਈਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।